सन परसया गुरु कै जन्म मरण दुख जाए। वाहिगुरु साहिब जीओ। मलार महला पंजवा। प्रे की शोभ सुहावनी नीकी। हा हा हू गंधर्व अपसरा। आनंद मंगल रस गावनी नीकी। प्रे की शोभ सुहावनी नीकी। हा हा हू गंधर्व अपसरा। आनंद मंगल रस गावनी नीकी। रहाओ। धुनित ललित गुणज्ञ अनिक भांत। बहु विध रूप दिखावनी नीकी। गिर तर थल जल पवन भरपुर। घट घट लालन छावनी नीकी। साध संग रामैया रस पायो। नानक जाकै भावनी नीकी। गिर तर थल जल पवन भरपुर। घट घट लालन छावनी नीकी। साध संग रामैया रस पायो। नानक जाकै भावनी नीकी। वाहिगुरु जी का खालसा वाहिगुरु जी की फतेह। सारे बुलाओ आखो वाहिगुरु जी का खालसा वाहिगुरु जी की फतेह। दीन दुनिया दे मालिक गुरता गद्दी ते विराजमान। दसां पातशाहियां दी जोत। धन धन सतगुरु साहिब सतगुरु श्री गुरु ग्रंथ साहिब जी की पवित्र हजूरी अंदर सुभाईमान जुड़ बैठी गुरु रूप साध संगत जीओ। आप जी ने बड़े ही अदभुत सत्कार दे नाल इलाही बाणी का कीर्तन सरवण किया है। वडभागे हाँ जो दशमेश पिता मर्द गमड़े पातशाह बाजां वाले संत सिपाही पिता दुनिया के मालक धन धन साहिब श्री गुरु गोबिंद सिंह जी महाराज जी दे महान पावन पवित्र स्थान तख्त श्री केसगढ़ साहिब जी विखे हाज़र होके सतगुरु की पावन इलाही बाणी की शब्द विचार सरवण करन लई जुड़ बैठे हाँ। अज का जो पावन शब्द आप जी ने सरवण किया है जिसकी विचार असी करनी है। ये पवित्र शब्द गुरु ग्रंथ साहिब जी के 1272 अंग उत्ते सुभाएमान है। मलार महला पंजवा। मलार राग का नाम है जी। महला पंजवा तो भाव है पंचम पातशाह सतगुरु श्री गुरु अर्जन देव जी महाराज उन्हां दी रसना तो उचारण होया ये पावन इलाही शब्द है। प्रे की शोभ सुहावनी नीकी। इस पावन शब्द की आरंभता सतगुरु गुरु अर्जन देव साहिब महाराज अकाल पुरख वाहिगुरु उहदी उस्तति का अलंकार इस शब्द विच गुरु जी बन रहे हैं। रूपक है कि कहते ने प्रे की शोभ सुहावनी नीकी। प्रे कह देंगे प्यारे नूं।
ਹਿੰਦੀ ਵਿੱਚ ਸ਼ਬਦ ਵਰਤਿਆ ਜਾਂਦਾ ਪ੍ਰੀਏ, ਯਾਨੀ ਪਿਆਰਾ, ਬਹੁਤ ਪਿਆਰਾ। ਪ੍ਰੇ ਕੀ ਸ਼ੋਭ, ਮੇਰੇ ਪਿਆਰੇ ਵਾਹਿਗੁਰੂ ਦੀ ਜਿਹੜੀ ਸ਼ੋਭਾ ਹੈ ਨਾ, ਗੁਰੂ ਅਰਜਨ ਦੇਵ ਜੀ ਕਹਿੰਦੇ ਉਹਦੀ ਜਿਹੜੀ ਸ਼ੋਭਾ, ਫੱਬਤ ਕਿੰਨੀ ਕੁ ਹੈ। ਕਹਿੰਦੇ ਸੁਹਾਵਨੀ ਨੀਕੀ, ਉਹ ਬੜੀ ਸੋਹਣੀ ਹੈ, ਨੀਕੀ ਬੜੀ ਸੁੰਦਰ ਹੈ। ਸੁਣਿਓ ਗੱਲ, ਉਹ ਮੇਰੇ ਪਿਆਰੇ ਦੀ ਸ਼ੋਭਾ ਬੜੀ ਸੋਹਣੀ ਹੈ, ਸੁੰਦਰ ਹੈ, ਬੜੀ ਚੰਗੀ ਲੱਗਦੀ ਹੈ। ਸਿੱਖ ਦੇ ਮਨ ਵਿੱਚ ਆਪਣੇ ਪਿਆਰੇ ਦਾ ਰੂਪ ਹੈ ਨਾ ਜਿਹੜਾ ਹਿਰਦੇ 'ਚ ਟਿਕਿਆ, ਬੜਾ ਸੋਹਣਾ। ਫਿਰ ਇੱਕ ਗੱਲ ਸੋਚਿਓ ਜਰਾ, ਦਿਮਾਗ 'ਤੇ ਜ਼ੋਰ ਪਾ ਕੇ, ਇਹ ਜਿਹੜੇ ਅੱਧ ਪੜ੍ਹੇ ਖਾਊ ਪੀਰ ਕੌਮ ਦੇ ਪਿੱਛੇ ਲੱਗੇ ਆ, ਅਤੇ ਜਿਹੜੇ ਕਹਿਣਗੇ ਬਾਬਾ ਨਾਨਕ ਤੇ ਜੀ ਉਹਦੇ 'ਤੇ ਪੈਰਾਂ 'ਚ ਅੱਟਣ ਪਏ ਹੋਏ ਸੀ, ਉਹ 'ਤੇ ਜੀ ਚੱਪਲਾਂ ਪਾਈ ਫਿਰਦਾ ਸੀ, ਉਹਦੇ 'ਤੇ ਜੀ ਹੱਥ ਇਉਂ ਸੀ ਇਉਂ ਸੀ, ਉਹਨਾਂ ਨੂੰ ਕਹੋ ਵੀ ਮਾੜੀ ਮੋਟੀ ਤੁਹਾਨੂੰ ਜੇ ਸ਼ਰਮ ਹੈ ਤਾਂ ਬਾਣੀ ਪੜ੍ਹ ਲਿਆ ਕਰੋ। ਜੇ ਕਿਸੇ ਮੁਸੱਵਰ ਨੇ ਜਿਹੜੀ ਕੋਈ ਤਸਵੀਰ ਬਣਾਈ, ਇਹ ਨਹੀਂ ਆਪਾਂ ਕਿ ਤਸਵੀਰ ਦੀ ਪੂਜਾ ਕਰਨੀ ਹੈ। ਇੱਕ ਗੱਲ ਧਿਆਨ ਦੇ ਲਿਓ, ਕਈ ਗੱਲਾਂ ਨੂੰ ਅਸੀਂ ਨਾ ਪੂਰੀਆਂ ਨਾ ਸਮਝ ਕੇ ਉਹਦਾ ਹੋਰ ਦਾ ਹੋਰ ਮਤਲਬ ਕਈ ਵਾਰੀ ਬਣਾ ਲੈਂਦੇ ਹਾਂ। ਮੂਰਤੀ ਦੀ ਪੂਜਾ ਸਾਡੇ ਵਿੱਚ ਨਹੀਂ ਹੈ, ਮਨ੍ਹਾ ਕੀਤੀ ਹੈ। ਉਸੇ ਤਰ੍ਹਾਂ ਹੀ ਜੇ ਅਸੀਂ ਫੋਟੋ ਨੂੰ ਵੀ ਮੂਰਤੀ ਰੂਪ 'ਚ ਪੂਜਣ ਲੱਗ ਜਾਈਏ ਤਾਂ ਉਹ ਵੀ ਗਲਤ ਹੈ, ਪੂਜਾ ਕਰਨੀ ਉਹਦੀ। ਕਿਉਂਕਿ ਪੂਜੋ ਰਾਮ ਏਕ ਹੀ ਦੇਵਾ, ਪੂਜਣਾ ਤਾਂ ਕੇਵਲ ਰੱਬ ਹੈ, ਪਰ ਸੰਕੇਤੀ ਰੂਪ ਵਿੱਚ ਜੇ ਕਿਸੇ ਮੁਸੱਵਰ ਨੇ ਕਿਸੇ ਦੀ ਕਲਪਨਾ ਦੇ ਵਿੱਚ ਇੰਨੀ ਸੋਹਣੀ ਤਸਵੀਰ ਆਈ ਗੁਰੂ ਨਾਨਕ ਦੇਵ ਜੀ ਦੀ, ਵੀ ਇੰਨੀ ਸੋਹਣੀ ਮੂਰਤ ਬਣਾਈ ਜਿਹਨੂੰ ਦੇਖ ਕੇ ਮਨ ਨੂੰ ਚਾਅ ਚੜ੍ਹਦਾ ਸਤਿਗੁਰੂ ਦੇ ਸੋਹਣੇ ਸਰੂਪ ਨੂੰ ਵੇਖ ਕੇ। ਅਤੇ ਇਹਨਾਂ ਦੇ ਨਾਸਤਿਕਾਂ ਦੇ ਢਿੱਡੀ ਪੀੜਾਂ ਇਹ ਪੈਂਦੀਆਂ ਨੇ ਵੀ ਬਾਬੇ ਨਾਨਕ ਦੀ ਇੰਨੀ ਸੋਹਣੀ ਫੋਟੋ ਕਿਉਂ ਬਣਾ ਦਿੱਤੀ। ਉਹ ਇਸੇ ਗੱਲ 'ਤੇ ਹੀ ਉਹਨਾਂ ਨੂੰ ਇਹ ਨਹੀਂ, ਇਹ ਤਾਂ ਗੱਲ ਕਹਿਣੀ ਵੱਖਰੀ ਹੈ ਵੀ ਫੋਟੋ ਨਹੀਂ ਬਣਾਉਣੀ ਚਾਹੀਦੀ ਜੀ, ਬਣਾਉਣੀ ਚਾਹੀਦੀ, ਇਹ ਇੱਕ ਕੌਮ ਦਾ ਮਸਲਾ ਹੈ, ਇਹ 'ਤੇ ਵਿਚਾਰ ਹੋ ਸਕਦੀ। ਪਰ ਇਹ ਗੱਲ ਗਲਤ ਹੈ ਜਿਹੜਾ ਆਖੇ ਵੀ ਇੰਨੀ ਸੋਹਣੀ ਕਿਉਂ ਬਣਾਈ ਹੈ। ਅਗੇ ਜੀ ਉਹਦੇ 'ਤੇ ਪੈਰਾਂ ਹੱਥਾਂ ਦੇ ਉੱਤੇ ਕਹੀ ਚਲਾ ਚਲਾ ਕੇ ਹੱਥ ਕਰੜੇ ਹੋਏ ਪਏ ਹੋਣਗੇ, ਬਾਬੇ ਨਾਨਕ ਦੀਆਂ ਪੈਰਾਂ ਦੀਆਂ ਅੱਡੀਆਂ 'ਤੇ ਪਾਟੀਆਂ ਹੋਣਗੀਆਂ, ਬੈਈਆਂ ਪਈਆਂ ਹੋਣਗੀਆਂ, ਉਹ ਤੁਹਾਡੇ ਤਾਂ ਪੈਂਦੀਆਂ ਨਹੀਂ। ਗੁਰੂ ਨਾਨਕ ਮੇਰਾ ਪਾਤਸ਼ਾਹ ਅਤੇ ਸਾਡੀ ਤਾਂ ਸ਼ਰਧਾ ਇਹ ਹੈ, ਉਹ ਜੇ ਚੱਕੀ ਦੇ ਕੋਲ ਬੈਠੇ ਅਤੇ ਚੱਕੀ ਆਪਣੇ ਆਪ ਚੱਲਣ ਲੱਗ ਜਾਂਦੀ ਹੈ। ਉਹ ਤਾਂ ਜੇ ਕਿਤੇ ਜਿਹੜੇ ਕੈਦੀ ਹੈ, ਕੈਦੀਆਂ ਦੇ ਵਿੱਚ ਕਿਤੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੂੰ ਬਾਬਰ ਬਾਦਸ਼ਾਹ, ਕਿਤੇ ਪੜ੍ਹੋ ਇਤਿਹਾਸ, ਜਦੋਂ ਆਇਆ ਕੈਦੀਆਂ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਵਿੱਚ ਬਿਠਾ ਦਿੱਤਾ, ਉਹ ਬਾਬੇ ਨਾਨਕ ਨੇ ਐਸਾ ਰਾਗ ਗਾਇਆ, ਉਹ ਸਾਰਿਆਂ ਕੈਦੀਆਂ ਦੀਆਂ ਚੱਕੀਆਂ ਆਪਣੇ ਆਪ ਘੁੰਮਦੀਆਂ ਸੀ, ਉਹਨਾਂ ਨੂੰ ਪ੍ਰਤੀਤ ਨਹੀਂ ਸੀ ਹੁੰਦਾ ਜ਼ੋਰ ਲੱਗਦਾ ਪਿਆ। ਸੁਰਤ ਇਲਾਹੀ ਪਰਮਾਤਮਾ ਨਾਲ ਜਾ ਜੁੜਦੀ ਹੈ। ਸੋ ਐਸੇ ਸੋਹਣੇ ਪਾਤਸ਼ਾਹ, ਦੀਦਾਰ ਦੇ ਮਾਲਕ ਦੇ ਪ੍ਰਥਾਏ, ਇਸ ਤਰ੍ਹਾਂ ਦੀ ਬੋਲੀ ਬੋਲਣੀ, ਇਸ ਤਰ੍ਹਾਂ ਦੀ ਵਿਚਾਰ ਕਰਨੀ। ਬਹੁਤਾ ਨਹੀਂ ਮੈਂ ਕੁਛ ਕਹੂੰਗਾ, ਇੰਨਾ ਕੁ ਕਹਿ ਸਕਦਾ ਵੀ ਗੁਰਮਤਿ ਤੋਂ ਬਾਹਰੀ ਗੱਲਾਂ ਨੇ ਉਹ ਸਾਰੀਆਂ। ਗੁਰਬਾਣੀ ਕੀ ਕਹਿ ਰਹੀ, ਗੁਰੂ ਅਰਜਨ ਦੇਵ ਜੀ ਕਹਿ ਰਿਹਾ ਹੁਣ, ਇਹ ਕਹਿੰਦੇ ਪ੍ਰੇ ਕੀ ਸ਼ੋਭ ਸੁਹਾਵਨੀ ਨੀਕੀ। ਜਿਹੜੇ ਪ੍ਰਮਾਤਮਾ ਵਾਹਿਗੁਰੂ ਰੱਬ ਆਪ ਇੰਨਾ ਸੋਹਣਾ ਹੈ, ਜਿਹਦੀ ਸ਼ੋਭਾ ਕਹਿੰਦੇ ਸੁਹਾਵਣੀ ਨੀਕੀ, ਬਹੁਤ ਸੋਹਣੀ ਹੈ, ਉਹਦੀ ਸ਼ੋਭਾ ਜਿਹੜੀ ਬੜੀ ਸੋਹਣੀ ਹੈ। ਇੱਕ ਗੱਲ ਤੁਸੀਂ ਸੁਣਿਓ, ਜਿਹੜੀ ਕੰਮ, ਹੁਣ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਰਿਹਾ, ਜਿਹੜਾ ਕੰਮ ਤੁਸੀਂ ਚਾਅ ਨਾਲ ਕਰੋ, ਜਿਹਦੇ ਨਾਲ ਤੁਹਾਨੂੰ ਲਗਾਅ ਹੋਵੇ, ਉਹ ਕੰਮ ਵੀ ਤੁਸੀਂ ਬੜੇ ਵਧੀਆ ਤਰੀਕੇ ਨਾਲ ਕਰਦੇ ਕਿ ਨਹੀਂ। ਜਿਸ ਰੱਬ ਨੇ ਆਪਣਾ ਹੀ ਰੂਪ ਗੁਰੂ ਨਾਨਕ ਧਰਤੀ 'ਤੇ ਭੇਜਿਆ, ਉਹ ਰੱਬ ਨੇ, ਜਿਹੜੇ ਰੱਬ ਨੇ ਆਪਣਾ ਹੀ ਸਰਗੁਣ ਰੂਪ ਬਣਾ ਕੇ ਗੁਰੂ ਨਾਨਕ ਧਰਤੀ 'ਤੇ ਭੇਜਿਆ, ਕਿ ਉਹ ਰੱਬ ਨੇ ਗੁਰੂ ਨਾਨਕ ਨੂੰ ਸੋਹਣਾ ਨਹੀਂ ਬਣਾਇਆ ਹੋਊਗਾ।
ਜਿਹਦੇ ਹੱਥ ਇੰਨੇ ਸੋਹਣੇ ਰੱਬ ਦੇ, ਜਿਹਦੀ ਹਰ ਕਿਰਿਆ ਸੋਹਣੀ, ਜਿਹਨੇ ਪੱਥਰ ਵੀ ਬਣਾਇਆ ਉਹ ਵੀ ਬੜਾ ਸੋਹਣਾ ਹੈ, ਬਸ ਇੱਕ ਸੁਹੱਪਣ ਹੈ ਉਹਦੇ ਵਿੱਚ। ਵੱਖਰੀ ਗੱਲ ਹੈ ਅਸੀਂ ਸੋਨੇ ਦੇ ਨਗ ਮੁੰਦਰੀਆਂ ਪਾ ਰਹੇ ਹਾਂ, ਸਾਨੂੰ ਨਹੀਂ ਪਤਾ, ਪਰ ਕਿਤੇ ਉਸ ਅੱਖ ਨਾਲ ਵੇਖੀਏ ਤਾਂ ਪੱਥਰ ਵੀ ਬੜਾ ਸੋਹਣਾ ਹੈ, ਪੱਥਰ 'ਤੇ ਵੀ ਬੜੀ ਕਾਰਾਗਰੀ ਬਣੀ ਹੋਈ ਹੈ। ਅਤੇ ਉਹ ਗੁਰੂ ਨਾਨਕ ਕਿਉਂ ਨਾ ਸੋਹਣੇ ਹੋਣਗੇ, ਕਿਉਂ ਨਾ। ਇਤਿਹਾਸ ਜਦੋਂ ਪੜ੍ਹਦੇ ਹਾਂ, ਕਵੀ ਸੰਤੋਖ ਸਿੰਘ ਹੋਣਾ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਵਿਆਹ ਦੀ ਜਦੋਂ ਪ੍ਰਸੰਗ ਆਇਆ ਸੀ ਨਾ, ਕੱਲ੍ਹ ਪਰਸੋਂ ਸ਼ਾਮ ਨੂੰ ਚੱਲ ਰਹੀ ਕਥਾ 'ਚ, ਉਹਦੇ 'ਚ ਕਹਿੰਦੇ ਜਦੋਂ ਗੁਰੂ ਨਾਨਕ ਦੇਵ ਜੀ ਬਰਾਤ ਲੈ ਕੇ ਗਏ, ਇੰਨੀ ਸੋਹਣੀ ਫੱਬਤ ਸੀ, ਆਹਾ ਹਵਾਵਾਂ ਵੀ ਠੁਮਕ ਠੁਮਕ ਰੁਮਕ ਰੁਮਕ ਕੇ ਚੱਲਦੀਆਂ ਸੀਆਂ ਅਤੇ ਫਿਜ਼ਾ ਵੀ ਮਦਹੋਸ਼ ਹੋ ਉੱਠੀ ਸੀ। ਉਹ ਲਿਖਦੇ ਆ, ਅਤੇ ਹੋਵੇ ਵੀ ਕਿਉਂ ਨਾ। ਕਿਉਂ? ਕਿਉਂਕਿ ਪ੍ਰੇ ਕੀ ਸ਼ੋਭ ਸੁਹਾਵਨੀ ਨੀਕੀ, ਪਿਆਰੇ ਦੀ ਸ਼ੋਭਾ ਵਾਹਿ ਮੇਰੇ ਪਰਮਾਤਮਾ ਦੀ ਸ਼ੋਭਾ ਵੀ ਸੋਹਣੀ ਹੈ ਅਤੇ ਮੇਰੇ ਗੁਰੂ ਦੀ ਸ਼ੋਭਾ ਵੀ ਸੋਹਣੀ ਹੈ। ਮੇਰੇ ਸਤਿਗੁਰੂ ਦਾ ਜਦੋਂ ਤਖਤ ਸਜਦਾ ਹੈ ਬੜਾ ਸ਼ੋਭਾ ਵਾਲਾ। ਕਿਉਂ? ਜਦੋਂ ਹੁਣ ਇਤਿਹਾਸ ਦੇਖੋ, ਜਦੋਂ ਸਿੱਖ ਸੰਗਤ ਨੂੰ ਪਤਾ ਲੱਗਾ ਵੀ ਔਰੰਗਜ਼ੇਬ ਬਾਦਸ਼ਾਹ ਦਾ ਦਿੱਲੀ ਦੇ ਵਿੱਚ ਜਿਹੜੇ ਤਖਤ 'ਤੇ ਬਹਿੰਦਾ ਹੈ, ਉਹ ਤਖਤ ਉੱਤੇ ਬਹਿੰਦਾ ਜਿਹੜਾ ਉਹਦਾ ਚੰਦੋਆ 1 ਲੱਖ ਰੁਪਈਏ ਦਾ ਹੈ, ਉੱਤੇ ਜਿਹੜਾ ਲੱਗਦਾ, ਗਲੀਚੇ ਵੱਖਰੇ ਸੋਹਣੇ ਆ। ਸਿੱਖ ਸੰਗਤ ਕਹਿੰਦੀ ਸਾਡੇ ਸਤਿਗੁਰੂ ਦਾ ਜਿਹੜਾ ਚੰਦੋਆ ਉਹ ਔਰੰਗਜ਼ੇਬ ਦੇ ਚੰਦੋਏ ਤੋਂ ਥੱਲੇ ਨਹੀਂ ਹੋਣਾ ਚਾਹੀਦਾ। 2.5 ਲੱਖ ਰੁਪਈਏ ਦਾ ਕਾਬਲ ਤੋਂ ਬਣਿਆ ਸੀ ਉਹਨਾਂ ਟਾਈਮਾਂ 'ਚ। ਅਤੇ ਜਦੋਂ ਉਹ ਸਜਦਾ ਸੀ ਅਤੇ ਰਾਜਿਆਂ ਦੇ ਦਿਲੀਂ ਧੂਆਂ ਪੈਂਦੀਆਂ ਸੀ। ਜੋ ਘਰ ਗੁਰੂ ਘਰ 'ਚ ਦੇ ਵਿੱਚ ਸੀ ਉਹ ਰਾਜਿਆਂ ਦੇ ਵੀ ਨਹੀਂ ਸੀ, ਦੁਰਲੱਭ ਸੀ। ਪਹਾੜੀ ਰਾਜਾ ਭੀਮ ਚੰਦ ਰੋਂਦਾ ਸੀ ਵੀ ਗੁਰੂ ਘਰ ਦੇ ਵਿੱਚ ਜੋ ਪ੍ਰਸ਼ਾਦੀ ਹਾਥੀ ਹੈ ਨਾ, ਜੇ ਮੈਨੂੰ ਮਿਲ ਜੇ ਮੈਂ ਮੁੜ ਕੇ ਦੇਵਾਂ ਹੀ ਨਾ। ਇੰਨਾ ਸੋਹਣਾ, ਇੰਨਾ ਸੋਹਣਾ ਹੈ ਹੀ ਨਹੀਂ ਸੀ। ਛੋਟਾ ਜਿਹਾ ਹਾਥੀ, ਕਾਲੇ ਰੰਗ ਦਾ, ਵਿੱਚ ਚਿੱਟੀ ਸੁੰਡ ਤੋਂ ਲੈ ਕੇ ਪੂਛ ਤੱਕ ਧਾਰੀ, ਛੋਟੇ ਜਿਹੇ ਕੱਦ ਦਾ, ਗੁਣਾਂ ਨਾਲ ਭਰਪੂਰ, 5 ਕਲਾ ਸ਼ਸਤਰ। ਕਈ ਵਾਰੀ ਬੈਠ ਦੀ ਚੌਂਕੀ ਬਣ ਜਾਂਦੀ, ਕਈ ਵਾਰੀ ਕਟਾਰ ਬਣ ਜਾਂਦੀ, ਉਹਦੇ ਬਟਨ ਲੱਗਿਆ ਹੋਇਆ ਸੀ, ਚੌਪੜ ਬਣ ਜਾਂਦੀ, ਤਲਵਾਰ ਬਣ ਜਾਂਦੀ, ਰਿਵਾਲਵਰ ਬਣ ਜਾਂਦਾ, ਕਿੰਨੇ ਹੀ ਉਹਦੇ ਵਿੱਚ ਸਨ। 5 ਕਲਾ ਸ਼ਸਤਰ। ਗੁਰੂ ਘਰ ਦੇ ਵਿੱਚ ਤਾਂ ਹਰੇਕ ਚੀਜ਼ ਸੁੰਦਰ ਹੈ। ਗੁਰੂ ਨਾਲ ਜੁੜੀ ਹੋਈ ਹਰ ਇੱਕ ਸ਼ੈ ਸ਼ੋਭਾ ਵਾਲੀ ਹੈ, ਅਤੇ ਗੁਰੂ ਕਿਉਂ ਨਾ ਸ਼ੋਭਾ ਵਾਲਾ ਹੋਵੇ। ਸਿੱਖ ਦੇ ਦਿਲ ਵਿੱਚ ਕਿਉਂ ਨਹੀਂ ਇਹ ਗੱਲ ਬੈਠ ਜਾਂਦੀ ਕਿ ਮੇਰਾ ਗੁਰੂ, ਮੇਰਾ ਰੱਬ ਬੜਾ ਸੋਹਣਾ ਹੈ। ਬਾਣੀ ਤਾਂ ਕਹਿੰਦੀ ਸਾਵਲ ਸੁੰਦਰ ਰਾਮਈਆ, ਮੇਰਾ ਮਨ ਲਾਗਾ ਤੋਹੇ। ਤੂੰ ਤਾਂ ਬੜਾ ਸੋਹਣਾ, ਬੜਾ ਪਿਆਰਾ ਹੈ, ਬੜਾ ਮਿੱਠ ਬੋਲਣਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਹਰ ਗੁਣ, ਜੋ ਗੁਣ ਮੇਰੇ ਗੁਰੂ 'ਚ ਹੈ, ਜੋ ਗੁਣ ਮੇਰੇ ਰੱਬ 'ਚ ਹੈ, ਜਿਸ ਗੁਣ ਦੀ ਸਿੱਖ ਆਪਣੇ ਗੁਰੂ ਦੇ ਵਿੱਚ ਸੋਚਦਾ ਹੈ, ਕਲਪਨਾ ਕਰਦਾ ਮੇਰੇ ਗੁਰੂ 'ਚ, ਅਤੇ ਉਹਦੇ ਬਰਾਬਰ ਦੁਨੀਆ ਦੇ ਹੋਰ ਕਿਸੇ ਪੁਰਸ਼ 'ਚ ਉਹ ਗੁਣ ਨਹੀਂ ਮੰਨਦਾ, ਫਿਰ ਸਿੱਖ ਹੈ ਨਹੀਂ, ਹੋ ਨਹੀਂ ਸਕਦਾ। ਕਿਉਂ ਕਹਿ ਰਿਹਾ? ਹੁਣ ਅਗਲੀ ਪੰਕਤੀ ਸੁਣ ਲਓ। ਹਾ ਹਾ ਹੂ ਹੂ ਗੰਧਰਵ ਅਪਸਰਾ। ਗੁਰੂ ਅਰਜਨ ਦੇਵ ਜੀ ਥੱਲੇ ਦੀ ਤਾਂ ਗੱਲੇ ਨਹੀਂ ਕਰ ਰਹੇ, ਕਿਉਂਕਿ ਜਿੱਡੀ ਵੱਡੀ ਹਸਤੀ ਦੀ ਗੱਲ ਕਰਨੀ ਹੋਵੇ ਉਹਦੇ ਲਈ ਐਗਜ਼ਾਮਪਲ, ਉਹਦੇ ਲਈ ਉਦਾਹਰਨ ਵੀ ਓਡੀ ਵੱਡੀ ਸੈੱਟ ਕਰਨੀ ਪੈਂਦੀ ਹੈ। ਇਹ ਨਹੀਂ ਕਿ ਤੁਸੀਂ ਹਸਤੀ ਦੀ ਬਹੁਤ ਵੱਡੀ ਦੀ ਗੱਲ ਕਰ ਰਹੇ ਹੋ ਅਤੇ ਉਹਦੇ ਲਈ ਉਦਾਹਰਨ ਕੋਈ ਬਹੁਤ ਛੋਟੀ ਜਿਹੀ ਦੇ ਦਿਓ। ਜੇ ਕੋਈ ਬੰਦਾ ਸੋਹਣਾ ਲੱਗੇ ਵੀ ਬੜਾ ਸੋਹਣਾ ਲੱਗ ਰਿਹਾ, ਕਿੰਨਾ ਕੁ ਬਈ, ਅਤੇ ਤੁਸੀਂ ਉਹਨੂੰ ਆਖੋ। ਕਦੇ ਕਿਸੇ ਬੰਦੇ ਨੇ ਜਦੋਂ ਕਿਸੇ ਕਵੀ ਦੀ ਖੂਬਸੂਰਤੀ ਬਿਆਨ ਕਰਨ ਦੀ ਜਿਹੜੀ ਕਵਿਤਾ ਪੜ੍ਹੀ ਹੋਵੇ, ਤੁਸੀਂ ਪੜ੍ਹਿਆ ਹੋਣਾ ਆਪਣੇ ਪਿਆਰੇ ਦੇ ਲਈ ਉਹਨੇ ਇਹ ਸ਼ਬਦ ਜ਼ਰੂਰ ਯੂਜ਼ ਕੀਤੇ ਆ ਕਿ ਤੇਰਾ ਚਿਹਰਾ ਜਿਹੜਾ ਉਹ ਚੜ੍ਹਦੀ ਸਵੇਰ ਵਰਗਾ, ਤੇਰਾ ਚਿਹਰਾ ਜਿਹੜਾ ਉਹ ਸੂਰਜ ਦੀ ਤਰ੍ਹਾਂ, ਤੇਰਾ ਚਿਹਰਾ ਜਿਹੜਾ ਕਵਲ ਦੇ ਫੁੱਲ ਦੀ ਤਰ੍ਹਾਂ।
ਤੇਰੀਆਂ ਜਿਹੜੀਆਂ ਅੱਖਾਂ ਨੇ ਮਿਰਗ ਵਰਗੀ। ਪੜ੍ਹਿਆ ਨਾ ਕਦੇ ਤੁਸੀਂ ਇੱਦਾਂ ਦੀ ਗੱਲ ਪੜ੍ਹੀ ਕਦੇ ਕਿਸੇ ਕਵੀ ਦੀ ਲਿਖੀ ਹੋਈ ਵੀ ਤੂੰ ਇੰਨਾ ਸੋਹਣਾ ਲੱਗਦਾ ਹੈ ਮੈਨੂੰ ਕਿੰਨਾ, ਜਿਵੇਂ ਸ਼ੋਅਰੂਮ ਦੇ ਵਿੱਚ ਮਹਿੰਗੇ ਭਾਅ ਦੇ ਬੂਟ ਚਮਕਦੇ ਹੁੰਦੇ ਆ। ਕੋਈ ਕਹਿੰਦਾ ਇੱਦਾਂ? ਨਹੀਂ ਨਾ, ਕਿਉਂਕਿ ਉਹਨੂੰ ਪਤਾ ਬੂਟ ਭਾਵੇਂ 50,000 ਦੇ ਵੀ ਆਉਂਦੇ ਹੋਣ ਪਰ ਉਹ ਪੈਰਾਂ ਦੀ ਚੀਜ਼ ਹੈ, ਉਹਨੂੰ ਸ਼ੋਭਾ ਨਹੀਂ ਦਿੱਤੀ ਜਾ ਸਕਦੀ ਉਹਦੇ ਮੁਖੜੇ ਦੇ ਨਾਲ। ਅੱਜ ਦਿੱਕਤ ਕੀ ਆ ਰਹੀ ਹੈ? ਦਿੱਕਤ ਇਹ ਆ ਰਹੀ ਹੈ ਜਿਹੜੇ ਸਾਡੇ ਅੱਜ ਇਹ ਕਹਿ ਲਓ ਕਿ ਜਿਹੜੇ ਵਿਆਖਿਆਕਾਰੀ ਹੋ ਰਹੀ ਹੈ ਉਹਨਾਂ ਨੂੰ ਇਹ ਵੀ ਨਹੀਂ ਪਤਾ, ਇੰਨਾ ਪੱਧਰ ਨੀਵਾਂ ਹੋ ਗਿਆ। ਜਦੋਂ ਗੁਰੂ ਦੀ ਗੱਲ ਕਰਨੀ ਉਦੋਂ ਗੱਲ ਕਿਹੜੀ ਕਰਨੀ ਹੈ? ਪਿੱਛੇ ਰੌਲਾ ਪਿਆ ਨਾ ਜਿਹੜਾ ਮਾਈ ਭਾਗੋ ਵਾਲਾ ਜਿਹੜਾ ਇਹਨਾਂ ਨੇ ਪਾਇਆ ਜਾਣ ਬੁੱਝ ਕੇ, ਉਹਦੇ 'ਚ ਇਹ ਗੱਲ ਨਹੀਂ ਸੀ, ਇਸ ਗੱਲ ਦਾ ਕੋਈ ਰੌਲਾ ਨਹੀਂ ਸੀ ਵੀ ਇਤਿਹਾਸ 'ਚ ਕੀ ਲਿਖਿਆ ਕੀ ਨਹੀਂ। ਇਤਿਹਾਸ 'ਤੇ ਅਸੀਂ ਸਾਰੀ ਕਹਿੰਦੇ ਮਾਈ ਭਾਗੋ ਦਾ ਵੱਧ ਤੋਂ ਵੱਧ ਸਤਿਕਾਰ ਹੈ ਔਰ ਹੋਣਾ ਵੀ ਚਾਹੀਦਾ, ਪਰ ਰੌਲਾ ਇਸ ਗੱਲ ਦਾ ਸੀ ਜਿਹੜੀ ਇੱਕ ਅਧਪੜੇ ਸਾਧ ਨੇ ਗਲਤ ਗੱਲ ਆਖੀ ਸੀ ਔਰ ਐਸੀ ਗੱਲ ਆਖੀ ਸੀ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ਾਨ ਦੇ ਖਿਲਾਫ ਸੀ। ਬਸ ਗੱਲ ਆ ਸੀ, ਇੱਦਾਂ ਦੇ ਘਟੀਆ ਲਫ਼ਜ਼ ਵਰਤੇ ਸਨ ਕਿ ਜਿਨ੍ਹਾਂ ਨਾਲ ਜਿਹਨੂੰ ਅਸੀਂ ਅਸਲੀ ਮਾਇਨਿਆਂ 'ਚ ਕਹਿਣਾ ਹਿਰਦਾ ਬਲੂੰਦਰਿਆ ਗਿਆ। ਕੋਈ ਸਿੱਖ ਸੁਣ ਨਹੀਂ ਸੀ ਸਕਦਾ। ਗੱਲ ਆ ਹੈ ਕਿਉਂ? ਕਾਰਨ ਇਹ ਹੈ ਜਿਸ ਸ਼ਖਸੀਅਤ ਦੀ ਤੁਸੀਂ ਗੱਲ ਕਰ ਰਹੇ ਹੋ ਉਹਦੇ ਬਰਾਬਰ ਤੁਹਾਨੂੰ ਐਗਜ਼ਾਮਪਲ ਲੈਣੀ ਪਊ। ਜੇ ਨਹੀਂ ਆਉਂਦੀ ਤਾਂ ਤੁਹਾਨੂੰ ਕਹਿਣਾ ਪਊ ਮੈਨੂੰ ਕਹਿਣ ਨੂੰ ਕੋਈ ਪ੍ਰਮਾਣ ਨਹੀਂ ਮਿਲਦਾ ਤੇਰੇ ਬਰਾਬਰ, ਮੈਨੂੰ ਕੋਈ ਮਿਲਦਾ ਨਹੀਂ ਕਿ ਤੇਰੇ ਬਰਾਬਰ ਕਿਸੇ ਹੋਰ ਨੂੰ ਰੱਖਾਂ ਅੱਖਾਂ ਕਿ ਤੇਰੇ ਵਰਗਾ ਕੋਈ ਹੋਰ ਹੈ। ਬਾਣੀ ਤੇ ਕਹਿੰਦੀ ਹੈ ਕਿਆ ਉਪਮਾ ਤੇਰੀ, ਹਮ ਕਿਆ ਗੁਣ ਤੇਰੇ ਬਿਥਰ ਸੁਆਮੀ, ਤੂੰ ਅਪਰ ਪਾਰੋ ਰਾਮ ਰਾਜੇ। ਹੇ ਮੇਰੇ ਮਾਲਕ ਤੇਰੀ ਉਪਮਾ ਮੈਂ ਕੀ ਕਰਾਂ, ਤੂੰ ਪਰੇ ਤੋਂ ਪਰੇ ਆ। ਬਾਣੀ 'ਚ ਲਿਖਿਆ ਪਿਆ ਮਹਾਰਾਜ ਨੇ। ਇਸ ਲਈ ਹੁਣ ਦੇਖੋ ਮਹਾਰਾਜ ਨੇ ਵਾਹਿਗੁਰੂ ਅਕਾਲ ਪੁਰਖ ਦੀ ਸ਼ੋਭਾ ਦੀ ਗੱਲ ਕੀਤੀ ਤੇ ਵਾਹਿਗੁਰੂ ਤੇਰੀ ਸ਼ੋਭਾ ਬੜੀ ਸੋਹਣੀ ਹੈ, ਤੇਰੀ ਸ਼ੋਭਾ ਗਾਉਂਦੇ ਕੌਣ ਹੈ? ਆਹਾ ਕੌਣ? ਕਿੱਥੇ ਦੀ ਗੱਲ ਕੀਤੀ? ਤਾਨਸੇਨ ਦਾ ਨਾਂ ਨਹੀਂ ਲਿਆ ਗੁਰੂ ਸਾਹਿਬ ਨੇ। ਤਾਨਸੇਨ ਹਾਲਾਂਕਿ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਮੇਂ ਤੱਕ ਤਾਂ ਮਸ਼ਹੂਰ ਸੀ। ਅਕਬਰ ਦੇ ਬਾਦਸ਼ਾਹ ਦੇ ਦਰਬਾਰਾਂ ਦੇ ਵਿੱਚੋਂ 9 ਰਤਨਾਂ ਦੇ ਵਿੱਚੋਂ ਇੱਕ ਰਤਨ ਸੀ ਤਾਨਸੇਨ ਰਾਗੀ, ਜਿਹਦੇ ਬਾਰੇ ਇਉਂ ਮਸ਼ਹੂਰ ਹੈ, ਸੱਚ ਹੈ ਪਤਾ ਨਹੀਂ ਝੂਠ ਹੈ, ਜਿਹਦੇ ਬਾਰੇ ਇਹ ਮਸ਼ਹੂਰ ਹੈ ਕਿ ਜਦੋਂ ਕਿਤੇ ਉਹ ਦੀਪਕ ਰਾਗ ਲਾਉਂਦਾ ਸੀ ਨਾ, ਕਹਿੰਦੇ ਬੰਦ ਹੋਏ ਬੁਝੇ ਹੋਏ ਦੀਵਿਆਂ ਨੂੰ ਰੋਸ਼ਨ ਕਰ ਦਿੰਦਾ ਸੀ। ਇੰਨੀ ਕੁਝ ਕਲਾ ਸੀ ਬੰਦੇ 'ਚ। ਦੀਪਕ ਰਾਗ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਵਰਤਿਆ, ਪਰ ਗੌੜੀ ਰਾਗ ਦੇ ਵਿੱਚ ਮਿਲਾ ਕੇ ਦੀਪਕੀ ਵਰਤਿਆ ਜ਼ਰੂਰ, ਗੌੜੀ ਦੀਪਕੀ। ਜਦੋਂ ਇੰਨਾ ਸੋਹਣਾ ਗਵਈਆ, ਐਡਾ ਵੱਡਾ ਗਵਈਆ, ਪਰ ਗੁਰੂ ਜੀ ਨੇ ਉਹਨੂੰ ਨਹੀਂ ਲਿਆ ਕਿਉਂਕਿ ਉਹ ਵੀ ਜਦੋਂ ਰੱਬ ਦੀ ਉਸਤਤੀ ਦੀ ਗੱਲ ਕਰਦੇ ਹਾਂ ਵੀ ਤੇਰੀ ਉਸਤਤੀ ਗਾਈਏ ਤੇ ਉਹ ਵੀ ਉੱਥੇ ਫਿੱਟ ਨਹੀਂ ਬਹਿੰਦਾ। ਗੁਰੂ ਜੀ ਨੇ ਗੱਲ ਪਤਾ ਕਿਹਦੀ ਕੀਤੀ? ਹਾ ਹਾ ਹੂ ਹੂ ਆਹਾ ਹਾ। ਤੁਸੀਂ ਕਹੋਗੇ ਕਿਤੇ ਹਾਸੇ ਦੀ ਗੱਲ ਹੈ, ਇਹ ਹੱਸਦੇ ਹਾ 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 ਹੂ ਹੂ ਹੂ, ਇੱਦਾਂ ਨਹੀਂ। ਪੜ੍ਹਿਓ ਤੁਸੀਂ ਕਿਤੇ ਮਹਾਨ ਕੋਸ਼ ਪੜ੍ਹ ਲਿਓ, ਇੱਕ ਸੰਪਰਦਾਇ ਟੀਕਾ ਪੜ੍ਹ ਲਿਓ, 2 ਪ੍ਰੋਫੈਸਰ ਸਾਹਿਬ ਸਿੰਘ ਜੀ ਹੋਣੀ ਦਰਵੇਸ਼ ਰੂ, ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਜੋ ਦਰਪਣ ਹੈ ਉਹ ਪੜ੍ਹ ਲਿਓ। ਉਹਦੇ ਵਿੱਚ ਇਹ ਸਾਰੇ ਵਿਦਵਾਨ ਔਰ ਇਹ ਪੁਰਾਤਨ ਸਾਹਿਤ ਵਿੱਚ ਲਿਖਿਆ ਮਿਲਦਾ ਹੈ ਸਵਰਗ ਦੇ ਜਿਹੜੇ ਗਵਈਏ ਹੈ, ਜਿਹੜੇ ਗੰਧਰਵ ਹੈ ਉੱਥੇ ਦੇ ਰਾਗੀ ਹੈ, ਉਹਨਾਂ ਦੇ ਮੁਖੀਆਂ ਦਾ ਨਾਮ ਹੈ ਹਾ ਹਾ ਅਤੇ ਹੂ ਹੂ। ਮਹਾਰਾਜ ਕਹਿੰਦੇ ਇਹ ਰੱਬ ਮੇਰੇ ਪ੍ਰਮਾਤਮਾ ਹਾ ਹਾ ਹੂ ਹੂ ਗੰਧਰਵ, ਗੰਧਰਵ ਕਹਿੰਦੇ ਦੇਵਤਿਆਂ ਨੂੰ, ਅਪਸਰਾ ਆਹਾ ਹਾ ਹਾ। ਅਪਸਰਾ ਕੌਣ? ਜਿਹੜੀ ਦੇਵਤਿਆਂ ਦੇ ਸਵਰਗ ਦੇ ਵਿੱਚ ਜੋ ਨਿਰਤਕਾਰੀ ਕਰਦੀ ਹੈ, ਜੋ ਉਹ ਜਦ ਗਾਉਂਦੇ ਹੈ ਅਤੇ ਉਹ ਇਤਨਾ ਸੋਹਣਾ ਦ੍ਰਿਸ਼ ਪੇਸ਼ ਕਰਦੀ ਹੈ ਕਿ ਮਨ ਨੂੰ ਮੋਹ ਲੈਂਦੀ ਹੈ। ਮਹਾਰਾਜ ਕਹਿੰਦੇ ਹੇ ਵਾਹਿਗੁਰੂ ਹਾ ਹਾ ਹੂ ਹੂ ਗੰਧਰਵ ਅਪਸਰਾ ਆਨੰਦ ਮੰਗਲ ਰਸ ਗਾਵਨੀ ਨੀਕੀ। ਤੇਰੀ ਉਸਤਤੀ ਉਹ ਕਰਦੇ ਹੈ ਜਿਹੜੇ ਸਵਰਗ ਦੇ ਗਵਈਏ ਹੈ ਅਤੇ ਸਵਰਗ ਦੀਆਂ ਮੋਹਣੀਆਂ ਅਪਸਰਾਵਾਂ ਨੇ। ਕਹਿੰਦੇ ਆਨੰਦ ਮੰਗਲ ਰਸ ਗਾਵਨੀ ਨੀਕੀ, ਆਨੰਦ ਦੇ ਨਾਲ, ਮੰਗਲ ਚਾਹ ਦੇ ਨਾਲ
ਗਾਵਨੀ ਗਾਉਂਦੇ ਆ ਨੀਕੀ ਕੀ ਤੇਰੀ ਸੋਹਣੀ ਸਿਫਤ ਗਾਉਂਦੇ ਆ ਮੇਰੇ ਵਾਹਿਗੁਰੂ। ਇਹ ਕਹਿੰਦੇ ਸਾਡੇ ਤੋਂ ਗੁਰੂ ਨਾਨਕ ਦੀ ਸਿਫਤ ਨਹੀਂ ਹੁੰਦੀ, ਸਾਡੇ ਤੋਂ ਕਿਹਾ ਨਹੀਂ ਜਾਂਦਾ ਬਾਬਾ ਨਾਨਕ ਦੁਨੀਆ ਦਾ ਤਾਰਨਹਾਰ। ਕਹਿੰਦੇ ਅਸੀਂ ਤਾਂ ਕਹਾਂਗੇ ਕਿ ਬਾਬਾ ਨਾਨਕ ਤੇ ਆਮ ਹੈ। ਦੇਖੋ ਕੀ ਹੋ ਗਿਆ ਇਹਨਾਂ ਦੇ ਦਿਮਾਗ ਨੂੰ। ਫਿਰ ਹੈਰਾਨੀ ਦੀ ਗੱਲ ਇਹ ਹੈ ਇਹਨਾਂ ਨਾਡੂ ਖਾਹਾਂ ਦੀ ਕਿ ਇਹ ਨਿਗੁਣੀਆਂ ਜੀਆਂ ਆਪਣੀਆਂ ਚੀਜ਼ਾਂ ਘਟੀਆ ਜਿਹੀਆਂ ਦਲੀਲਾਂ ਰੱਖ ਕੇ ਅਤੇ ਆਪਣੇ ਆਪ ਨੂੰ ਇਉਂ ਲੋਕਾਂ ਦੇ ਸਾਹਮਣੇ ਪੇਸ਼ ਕਰਦੇ ਵੀ ਦੁਨੀਆ ਦਾ ਜਿਹੜਾ ਗਿਆਨ ਜਿੰਨਾ ਸੀ ਨਾ ਸਾਰਾ ਸਾਡੇ ਦਿਮਾਗ 'ਚ ਭਰਤਾ, ਸਾਨੂੰ ਸਭ ਪਤਾ। ਅਤੇ ਫਿਰ ਦੂਜਾ ਅਗਲੇ ਪਾਸੇ ਝੰਡਾ ਬਰਦਾਰ ਵੀ ਇਉਂ ਬਣਦੇ ਆ ਵੀ ਜੋ ਬਾਣੀ ਦੀ ਵਿਆਖਿਆ ਅਸੀਂ ਕੀਤੀ ਨਾ ਉਹ ਦੂਜੇ ਕਿਸੇ ਨੂੰ ਪਤਾ ਹੀ ਨਹੀਂ। ਮੈਂ ਕਈ ਵਾਰੀ ਸੋਚਦਾ ਵੀ ਉਹ ਬਾਣੀ, ਮੇਰਾ ਖਿਆਲ ਉਹਨਾਂ ਨੇ ਕਦੇ ਬਾਣੀ ਪੜ੍ਹੀ ਵੀ ਨਹੀਂ। ਜੇ ਪੜ੍ਹੀ ਹੁੰਦੀ ਤਾਂ ਇਹ ਸ਼ਬਦ ਕਿੱਧਰ ਲੰਘ ਗਏ ਉਦੋਂ, ਜਦੋਂ ਉਹ ਪੜ੍ਹਦੇ ਸੀ ਬਾਣੀ, ਉਦੋਂ ਨਹੀਂ ਆਏ ਉਹਨਾਂ ਦੇ ਅੱਗੇ ਸ਼ਬਦ। ਇਹ ਤਾਂ ਆਪਾਂ ਤਾਂ ਲੜੀਵਾਰ ਵਿਆਖਿਆ ਕਰ ਰਹੇ ਨਾ, ਆਪਣੇ ਸਾਹਮਣੇ ਆਈ ਜਾ ਰਹੇ ਆ। ਗੁਰੂ ਅਰਜਨ ਦੇਵ ਜੀ ਕਹਿੰਦੇ, ਹੇ ਵਾਹਿਗੁਰੂ ਤੇਰੀ ਸਿਫਤ ਕਰਦੇ ਆ ਹਾ ਹਾ ਹੂ ਹੂ। ਕੌਣ ਨੇ ਇਹ? ਸਵਰਗ ਦੇ ਗੰਧਰਵ ਰਾਗੀ, ਜਿਹੜੇ ਸਵਰਗ ਦੇ ਗਵਈਏ, ਜਾਣੀ ਅਮਰ ਗਵਈਏ, ਜਿਨ੍ਹਾਂ ਤੋਂ ਉੱਤੇ ਰਾਗ ਹੋਏ ਨਹੀਂ ਸਕਦਾ। ਅਤੇ ਮਹਾਰਾਜ ਕਹਿੰਦੇ ਅਪਸਰਾਵਾਂ ਆਨੰਦ ਦੇ ਸਹਿਤ, ਮੰਗਲ ਦੇ ਸਹਿਤ ਚੰਗੇ ਤਰੀਕੇ ਨਾਲ ਤੇਰੀ ਸਿਫਤ ਕਰਦੇ ਆ। ਕਿਉਂ? ਕਿਉਂਕਿ ਪ੍ਰੇ ਕੀ ਸ਼ੋਭ ਸੁਹਾਵਣੀ ਨੀਕੀ। ਹੇ ਰੱਬ ਤੇਰੀ ਸ਼ੋਭਾ ਬੜੀ ਸੋਹਣੀ ਹੈ, ਬੜੀ ਚੰਗੀ ਹੈ, ਤੂੰ ਸ਼ੋਭਾ ਵਾਲਾ ਹੈ, ਉੱਚੀ ਸ਼ੋਭਾ ਹੈ। ਮੇਰੇ ਲਾਲਨ ਕੀ ਸ਼ੋਭਾ ਵਾਲਾ ਹੈ। ਰਹਾਓ ਵਿਸ਼ਰਾਮ ਦੇ ਕੇ ਸਮਝਾ ਰਹੇ ਆ। ਹੁਣ ਅੱਗੇ ਫਿਰ ਧੁਨਿਤ ਲਲਿਤ ਗੁਣ ਅੱਗੇ ਅਨਕ ਭਾਂਤ, ਇੱਥੇ ਵਿਸ਼ਰਾਮ ਹੈ। ਬਹੁਵਿਧ ਰੂਪ ਦਿਖਾਵਨੀ ਨੀਕੀ। ਗੁਰੂ ਜੀ ਕਹਿੰਦੇ ਧੁਨਿਤ ਧੁਨੀਆਂ ਬਣਾ ਕੇ, ਥਾਟਾਂ ਦੇ ਵਿੱਚ ਰਾਗ ਬਣਾ ਕੇ, ਲਲਿਤ ਰਸਨਾ ਦੇ ਨਾਲ, ਗੁਣੱਗੇ ਗੁਣੀ ਜਨ ਗਵਈਏ ਜਨ, ਜਿਨ੍ਹਾਂ ਨੂੰ ਗੁਣ ਰਾਗ ਦੀ ਸੋਝੀ ਹੈ। ਅਨੇਕ ਭਾਂਤ ਗੁਰੂ ਅਰਜਨ ਦੇਵ ਜੀ ਕਹਿੰਦੇ ਅਨੇਕਾਂ ਭਾਂਤਾਂ ਦੇ ਨਾਲ ਐ ਮੇਰੇ ਪਿਆਰੇ ਤੇਰੀ ਲਲਿਤ, ਤੇਰੀ ਪਿਆਰੀ, ਦੂਜਾ ਲਲਿਤ ਅਰਧ ਰਸਨਾ ਦੇ ਨਾਲ ਧੁਨਿਤ ਜਣੀ ਧੁਨੀ ਲਾਉਂਦੇ ਆ। ਧੁਨੀਆਂ ਬਣਾ ਕੇ ਅਕਾਲ ਪੁਰਖ ਵਾਹਿਗੁਰੂ ਗੁਣੀ ਜਨ ਬਹੁਤ ਤਰੀਕਿਆਂ ਨਾਲ ਤੇਰੇ ਰੂਪ ਨੂੰ ਦਿਖਾਉਣ ਦਾ ਯਤਨ ਕਰਦੇ ਆ, ਤੇਰੇ ਨੀਕੇ ਰੂਪ ਦੀ ਗੱਲ ਕਰਦੇ ਆ ਧੁਨੀਆਂ ਦੇ ਨਾਲ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਰੂਪ ਮਹਾਰਾਜ ਨੇ ਜਦੋਂ ਅੰਕਿਤ ਕੀਤਾ, ਉਸ ਤੋਂ ਪਹਿਲਾਂ ਧੁਨੀਆਂ ਗਾਈਆਂ ਜਾਂਦੀਆਂ ਸੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਦੋਂ ਤੁਸੀਂ ਪੜ੍ਹੋਗੇ 22 ਵਾਰਾਂ ਦੇ ਵਿੱਚੋਂ 9 ਵਾਰਾਂ ਐਸੀਆਂ ਨੇ ਜਿਨ੍ਹਾਂ ਦੇ ਉੱਤੇ ਧੁਨੀਆਂ ਚਾੜੀਆਂ ਹੋਈਆਂ ਨੇ। ਧਿਆਨ ਦਿਓ, ਧੁਨੀਆਂ। ਗਵਈਏ ਢਾਡੀ ਜਦੋਂ ਪਹਿਲਾਂ ਵਾਰਾਂ ਗਾਉਂਦੇ ਸਨ ਅਤੇ ਧੁਨੀਆਂ ਗਾਉਂਦੇ ਸਨ। ਧੁਨੀ ਸੀ ਜਿਵੇਂ ਆਸਾ ਕੀ ਵਾਰ ਜਦ ਪੜ੍ਹਦੇ ਆ ਨਾ, ਉਹਦੇ ਵਿੱਚ ਆਉਂਦਾ ਹੈ ਟੁੰਡੇ ਅਸ ਰਾਜੇ ਕੀ ਧੁਨੀ ਗਾਵਣੀ। ਟੁੰਡਾ ਇੱਕ ਟੁੰਡਾ ਸੀ, ਉਹਦਾ ਹੱਥ ਵੱਢ ਦਿੱਤਾ ਸੀ। ਰਾਜਾ ਸੀ, ਰਾਜਾ ਬਣਿਆ ਬਾਅਦ ਵਿੱਚ, ਉਹਦਾ ਨਾਂ ਸੀ ਅਸ। ਰਾਜੇ ਦਾ ਪੁੱਤਰ ਸੀ, ਕਿਸੇ ਗੱਲ ਕਰਕੇ ਰਾਜੇ ਨੇ ਹੱਥ ਵਢਵਾ ਦਿੱਤਾ। ਮਾਰਨ ਦਾ ਹੁਕਮ ਦਿੱਤਾ ਸੀ ਪਰ ਨੌਕਰਾਂ ਨੇ ਮਾਰਿਆ ਨਾ, ਵੀ ਬੇਕਸੂਰ ਹੈ, ਹੱਥ ਵੱਢ ਲਿਆ ਵੀ ਰਾਜੇ ਨੂੰ ਦਿਖਾ ਦਾਂਗੇ ਵੀ ਵੱਢ ਕੇ ਟੋਟੇ ਕਰਕੇ ਸਿੱਟਿਆ ਹੈ। ਸਮਾਂ ਪਾ ਕੇ ਰਾਜਾ ਬਣਿਆ, ਆਪਣੇ ਪਿਓ ਦੇ ਰਾਜ 'ਚ ਕਾਲ ਪਿਆ, ਉਹਨੇ ਉੱਥੇ ਅਨਾਜ ਦਿੱਤਾ ਅਤੇ ਉਹ ਗੱਲ ਪ੍ਰਗਟ ਹੋਈ। ਲੋਕਾਂ ਨੇ ਉਸ ਰਾਜੇ ਦੀਆਂ ਧੁਨੀਆਂ ਬਣਾ ਵਾਰਾਂ 'ਚ ਗਾਉਣੀਆਂ ਸ਼ੁਰੂ ਕੀਤੀਆਂ। ਜਦੋਂ ਬਾਣੀ ਪੜ੍ਹਦੇ ਹਾਂ, ਬਹਿਲੀਮ ਇਤਿਆਦਿਕ ਦੀਆਂ ਧੁਨੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦੀਆਂ ਨੇ, ਅਤੇ ਸਾਧ ਸੰਗਤ ਜੀ ਉਹ ਵੀ ਧੁਨੀਆਂ ਲੋਕ ਗਾਉਂਦੇ ਸਨ। ਪਰ ਜਦੋਂ ਗੁਰੂ ਸਾਹਿਬ ਕੋਲ ਇਹ ਗੱਲ ਪਹੁੰਚੀ, ਮਹਾਰਾਜ ਕਹਿੰਦੇ ਉਹ ਜਿੱਥੇ ਦੁਨੀਆਂ ਦੇ ਲੋਕਾਂ, ਆਮ ਯੋਧਿਆਂ ਦੀਆਂ, ਯੋਧੇ ਪੂਰਵਾਣੀ ਇਤਿਆਦਿਕ ਦੀਆਂ ਧੁਨੀਆਂ ਤੁਸੀਂ ਗਾਉਂਦੇ ਹੋ,
ਉਹ ਇਹਨਾਂ ਧੁਨੀਆਂ ਦੇ ਵਿੱਚ ਰੱਬ ਦੀ ਉਸਤਤੀ ਕਿਉਂ ਨਹੀਂ ਕਰਦੇ ਤੁਸੀਂ? ਧੁਨੀਆਂ ਤੇ ਗਾਉਂਦੇ ਹੋ ਤੁਸੀਂ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਤਿਹਾਸ ਵਿੱਚ ਆਉਂਦਾ 6ਵੇਂ ਪਾਤਸ਼ਾਹ ਨੇ ਹੁਕਮ ਕੀਤਾ ਕਿ ਧੁਨੀਆਂ ਗਾਇਆ ਕਰੋ। ਢਾਡੀ ਸਿੰਘੋ, ਵਾਰਾਂ ਗਾਉਣ ਵਾਲਿਓ, ਗਵਈਓ, ਜਿੱਥੇ ਹੋਰਾਂ ਦੀਆਂ ਧੁਨੀਆਂ ਗਾਉਂਦੇ ਆ ਨਾ, ਯੋਧਿਆਂ ਦੀਆਂ, ਸੂਰਮਿਆਂ ਦੀਆਂ, ਉੱਥੇ ਇਹਦੇ ਵਿੱਚ ਵਾਰਾਂ, ਬਾਣੀ ਦੀਆਂ ਵਾਰਾਂ ਨੇ ਜਿਹੜੀਆਂ, ਧੁਨੀਆਂ 'ਚ ਪਾ ਪਾ ਗਾਇਆ ਕਰੋ। ਫਿਰ ਉਹਨਾਂ ਧੁਨੀਆਂ ਗਾਈਆਂ ਫਿਰ ਸਾਧ ਸੰਗਤ ਜੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ 9 ਧੁਨੀਆਂ ਦਾ ਜ਼ਿਕਰ ਆਉਂਦਾ ਹੈ, ਧੁਨੀਆਂ ਦੇ ਵਿੱਚ ਬਾਣੀ ਗਾਉਣ ਦਾ। ਮਹਾਰਾਜ ਜੀ ਕਹਿੰਦੇ ਨੇ, ਧੁਨਿਤ ਲਲਿਤ ਗੁਣ ਅੱਗੇ ਅਨੇਕ ਭਾਂਤ। ਹੇ ਮੇਰੇ ਵਾਹਿਗੁਰੂ, ਸੋਹਣੀਆਂ ਸੋਹਣੀਆਂ ਧੁਨੀਆਂ, ਗੁਣੀ ਜਨ ਆਪਣੀ ਲਲਿਤ, ਆਪਣੀ ਰਸਨਾ ਦੇ ਨਾਲ, ਗੁਣੱਗੇ ਜਣੀ ਗੁਣੀ ਜਨ, ਉੱਦਾਂ ਹੀ ਨਹੀਂ ਵੀ ਜੋ ਮੂੰਹ ਚੋਂ ਨਿਕਲ ਗਿਆ ਚਲੋ ਜੀ ਇਹੀ ਰਾਗ ਹੈ ਸਾਡਾ, ਨਾ ਨਾ, ਤਰੀਕੇ ਦੇ ਨਾਲ, ਨਿਯਮਬੱਧ, ਲੈਬੱਧ, ਤਾਲਬੱਧ ਸੰਗੀਤ ਇਸ ਨੂੰ ਕਹਿੰਦੇ ਆ, ਜਿਹਦੇ ਵਿੱਚ ਸੰਗਤ ਹੋਵੇ, ਜਿਹਦੇ ਵਿੱਚ ਤਾਲ ਵੀ ਹੋਵੇ, ਜਿਹਦੇ ਵਿੱਚ ਗਾਇਨ ਵੀ ਹੋਵੇ, ਜਿਹਦੇ ਵਿੱਚ ਸੁਰ ਵੀ ਹੋਵੇ। 3 ਚੀਜ਼ਾਂ ਨੂੰ ਬਣਾ ਕੇ, ਸੁਰ, ਗਾਇਨ, ਗਲਾ ਅਤੇ ਤਾਲ, ਫਿਰ ਇਹ ਸੰਗੀਤ ਬਣਦਾ। ਇਹ ਵੱਡੇ ਵੱਡੇ ਵਿਦਵਾਨ ਜਨਾਂ ਨੇ ਬਣਾਈਆਂ ਹੋਈਆਂ ਚੀਜ਼ਾਂ ਨੇ, ਅਤੇ ਉਹ ਨਿਯਮਬੱਧ ਇਸ ਤਰੀਕੇ ਦੇ ਨਾਲ ਉਹਨੂੰ ਗਾਉਂਦੇ ਹਨ। ਕਹਿੰਦੇ ਫਿਰ ਬਹੁਵਿਧ ਰੂਪ ਦਿਖਾਵਨੀ ਨੀਕੀ। ਕਾਰਨ ਕੀ ਹੈ? ਹੇ ਮੇਰੇ ਰੱਬ ਜੀ, ਉਹ ਬਹੁਤ ਤਰੀਕਿਆਂ ਨਾਲ ਤੇਰਾ ਰੂਪ ਦਿਖਾਉਂਦੇ ਆ, ਪੇਸ਼ ਕਰਨਾ ਚਾਹੁੰਦੇ ਆ ਵੀ ਇੰਨਾ ਸੋਹਣਾ ਹੈ, ਇੰਨਾ ਸੋਹਣਾ ਹੈ, ਗਾਉਂਦੇ ਆ, ਪਰ ਬੜਾ ਯਤਨ ਕਰਦੇ ਆ। ਗਿਰ, ਤਰ, ਥਲ, ਜਲ, ਭਵਨ, ਭਰਪੁਰ, ਇੱਥੇ ਵਿਸ਼ਰਾਮ ਹੈ ਭਰਪੁਰ 'ਤੇ। ਪਹਿਲਾਂ ਗਿਣਤੀ ਹੈ, ਜਦੋਂ ਗਿਣਤੀਵਾਚਕ ਚੀਜ਼ਾਂ ਆ ਜਾਣ ਉੱਥੇ ਇੱਕ ਇੱਕ 'ਤੇ ਥੋੜ੍ਹੀ ਥੋੜ੍ਹੀ ਜਮਕ ਲਾ ਕੇ ਚੱਲਣਾ ਪੈਂਦਾ। ਉੱਥੇ ਇੱਕ ਇੱਕ 'ਤੇ ਥੋੜ੍ਹੀ ਥੋੜ੍ਹੀ, ਜਿਵੇਂ ਗਿਰ, ਤਰ, ਥਾਲ, ਜਲ, ਭਵਨ, ਭਰਪੁਰ, ਤਾਂ ਕਿ ਸਮਝ ਲੱਗ ਜਾਏ। ਗਿਰ ਕਹਿੰਦੇ ਆ ਪਹਾੜ ਨੂੰ, ਤਰ ਕਹਿ ਦਿੰਦੇ ਆ ਪਾਣੀ ਇਤਿਆਦਿਕ ਜਿੱਥੇ ਤਰ ਹੋਵੇ, ਜਾਂ ਤਰ ਥਲੜੀ ਜਗ੍ਹਾ ਨੂੰ ਕਹਿ ਦਿੰਦੇ ਆ, ਪਤਾਲ ਇਤਿਆਦਿਕ ਨੂੰ। ਜਾਂ ਤਰ ਦਾ ਇੱਕ ਅਰਥ ਦਰਖਤ ਵੀ ਆਉਂਦਾ ਹੈ, ਤਰ ਬ੍ਰਿਕਸ਼ ਜਿੰਨੇ ਆ। ਕਹਿੰਦੇ ਗਿਰ ਪਹਾੜ, ਦਰਖਤ, ਥਲ ਖੁਸ਼ਕ ਜਗ੍ਹਾ, ਜਲ ਸਮੁੰਦਰ, ਭਵਨ ਜਿੰਨੇ ਵੀ ਘਰ ਬਣੇ ਆ, ਜਿੰਨੇ ਵੀ ਗ੍ਰਹਿ ਬਣੇ ਆ, ਸਭ ਭਰਪੁਰ। ਹੇ ਵਾਹਿਗੁਰੂ, ਤੇਰੀ ਉਸਤਤੀ ਭਰੀ ਪਈ ਹੈ ਹਰ ਜਗ੍ਹਾ। ਜੇ ਕੋਈ ਕਰਨਾ ਚਾਹੇ, ਜੇ ਕੋਈ ਉਸਤਤੀ ਕਰਨੀ ਚਾਹੇ, ਤਾਂ ਕਿਸੇ ਪਹਾੜ ਨੂੰ ਵੇਖ ਕੇ ਵੀ ਉਸਤਤੀ ਕੀਤੀ ਜਾ ਸਕਦੀ ਹੈ। ਦੇਖੋ ਤੁਸੀਂ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗਿਰਧਾਰੀ ਸ਼ਬਦ ਆਉਂਦਾ। ਗਿਰਧਾਰੀ ਜਾਂ ਗਿਰਧਾਰੀ ਸ਼ਬਦ ਬੋਲ ਦਿੰਦੇ ਆ, ਪਰ ਜਦੋਂ ਇਕੱਠਾ ਬੋਲਾਂਗੇ ਗਿਰਧਾਰੀ ਆ ਉਹ। ਹਿੰਦੀ ਵਿੱਚ ਗਿਰਧਾਰੀ ਬੋਲਿਆ ਜਾਂਦਾ। ਕਿਉਂ ਭਲਾ? ਗਿਰ ਕਹਿੰਦੇ ਆ ਪਹਾੜ ਨੂੰ। ਪਹਾੜ ਨੂੰ ਜਿਹਨੇ ਧਾਰਨ ਕੀਤਾ ਹੋਇਆ, ਪਹਾੜ ਨੂੰ ਵੀ ਚੁੱਕਤਾ ਸੀ। ਉਹ ਕੌਣ ਸੀ? ਕ੍ਰਿਸ਼ਨ ਸੀ, ਕ੍ਰਿਸ਼ਨ ਜੀ ਸੀ। ਜਦੋਂ ਪੜ੍ਹਦੇ ਉਹਨਾਂ ਦਾ ਜੀਵਨ, ਅਤੇ ਉਹ ਜਦੋਂ ਇੰਦਰ ਦੇਵਤਾ ਕਹਿੰਦਾ ਸੀ ਮੇਰੀ ਪੂਜਾ ਕਰਿਆ ਕਰੋ, ਕ੍ਰਿਸ਼ਨ ਜੀ ਕਹਿਣ ਲੱਗੇ, ਕਹਿੰਦੇ ਇਹਦੀ ਪੂਜਾ ਕਾਹਤੋਂ ਕਰੀਏ? ਸਾਡੇ ਲਈ ਤਾਂ ਆਹ ਜਿਹੜਾ ਪਹਾੜ ਹੈ, ਸਾਡੇ ਲੋਕਾਂ ਦੇ ਲਈ ਤਾਂ ਇਹ ਰੋਜੀ ਰੋਟੀ ਦਾ ਕਾਰਨ ਬਣਿਆ ਹੋਇਆ। ਇੱਥੇ ਸਾਡੀਆਂ ਗਾਵਾਂ ਮੱਝਾਂ ਚਰਦੀਆਂ ਨੇ। ਜੇ ਇੰਦਰ ਨੂੰ ਪੂਜਣਾ, ਉਹਦੇ ਨਾਲੋਂ ਤਾਂ ਇਹਨੂੰ ਪੂਜ ਲਓ ਫਿਰ, ਨਹੀਂ ਤਾਂ ਰੱਬ ਨੂੰ ਪੂਜੋ। ਲੋਕਾਂ ਨੂੰ ਸਮਝਾਉਣ ਦਾ ਤਰੀਕਾ ਸੀ। ਲੋਕ ਕਹਿੰਦੇ ਇੰਨਾ ਗੁੱਸੇ ਹੋਇਆ, ਮੀਂਹ ਵਰਸਾਈ ਗਿਆ ਅਤੇ ਲੋਕਾਂ ਨੂੰ ਡੋਬਣ ਲੱਗਿਆ। ਕਹਿੰਦਾ ਲੈ ਹੁਣ ਪਹਾੜ ਹੀ ਬਚਾਊਗਾ, ਤੁਹਾਨੂੰ ਦੇਖੂੰਗਾ ਮੈਂ। ਉੱਥੇ ਇਉਂ ਲਿਖਿਆ ਮਿਲਦਾ ਕਿ ਫਿਰ ਪਹਾੜ ਨੂੰ ਆਪਣੀ ਉਂਗਲੀ 'ਤੇ ਉਹਨਾਂ ਨੇ ਚੁੱਕਿਆ। ਹੁਣ ਉਹ ਇੱਕ ਉਹਨਾਂ ਦੀ ਇੱਕ ਮਾਨਤਾ ਹੈ। ਸਾਨੂੰ ਕੋਈ ਸ਼ੱਕ ਨਹੀਂ, ਸਾਨੂੰ ਤਾਂ ਇਹ ਹੈ ਵੀ ਉਹ ਚੱਕੇ ਇੱਕ ਉਂਗਲ ਦੇ ਨਾਲ, ਕਿ ਭਾਵੇਂ ਫੂਕ ਮਾਰ ਕੇ ਉਡਾ ਦੇਵੇ, ਸਾਨੂੰ ਕੀ ਹੈ। ਇੱਕ ਕਲਾਧਾਰੀ ਅਵਤਾਰੀ ਪੁਰਸ਼ ਜੋ ਮਰਜ਼ੀ ਕਰ ਸਕਦਾ, ਪਰ ਸਾਡੀ ਨਿਸ਼ਚਾ ਇਹ ਹੈ ਵੀ ਸਾਡਾ ਭਲਾ ਸਾਡੇ ਗੁਰੂ ਨਾਨਕ ਦੇਵ ਨਹੀਂ ਕਰਨਾ। ਸਭ ਤੋਂ ਵੱਡਾ ਸਤਿਗੁਰ ਨਾਨਕ, ਠੀਕ ਹੈ ਨਾ।
ਤਾਂ ਪਰ ਉਹ ਪਹਾੜ ਨੂੰ ਚੁੱਕਣ ਦੇ ਲਈ ਉਹ ਗਿਰਧਾਰੀ ਸ਼ਬਦ ਪਿਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਗੋਵਰਧਨ, ਗਿਰਧਾਰੀ, ਇਹ ਜਿਹੜੇ ਸ਼ਬਦ ਹੈ ਇਹ ਉੱਥੋਂ ਹੀ ਨਿਕਲੇ ਹੋਏ ਆ। ਇਹਨਾਂ ਨੂੰ ਇਹ ਜਿਹੜੇ ਨਾਮ ਹੁੰਦੇ ਇਹਨਾਂ ਨੂੰ ਕਿਰਤਮ ਨਾਮ ਕਹਿ ਦਿੰਦੇ ਆ, ਜਿਹੜੇ ਕਿਸੇ ਕਿਰਿਆ ਤੋਂ ਪੈਦਾ ਹੋਣ। ਕਿ ਕੋਈ ਕਿਰਿਆ ਕੀਤੀ ਉਹਨੇ, ਪ੍ਰਮਾਤਮਾ ਨੇ, ਉਹਦੀ ਕਿਰਿਆ 'ਚੋਂ ਪੈਦਾ ਹੋ ਗਏ। ਜਿਵੇਂ ਉਹਨੇ ਪਹਾੜ ਚੁੱਕ ਲਿਆ ਤੇ ਗਿਰਧਾਰੀ ਹੋ ਗਏ, ਜਿਵੇਂ ਉਹਨੇ ਸ਼ਸਤਰ ਚੁੱਕ ਲਿਆ ਤੇ ਉਹ ਖੜਗਧਾਰੀ ਹੋ ਗਿਆ, ਜਿਵੇਂ ਉਹ ਪ੍ਰਮਾਤਮਾ ਜਾ ਕੇ ਆਪਣੇ ਭਗਤ ਨੂੰ ਪਿਆਰ ਕਰਨ ਵਾਲਾ ਜਾ ਕੇ ਕੋਲ ਬੈਠ ਗਿਆ, ਉੱਥੋਂ ਉਹਦਾ ਨਾਂ ਬੀਠਲ ਪੈ ਗਿਆ। ਗੁਰੂ ਗ੍ਰੰਥ ਸਾਹਿਬ 'ਚ ਹਨ ਤਰੋ ਵਿਚਾਰ। ਇਹ ਸਾਰੇ ਉਹਦੀ ਭਾਵ ਇਹ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਹਿ ਰਹੇ ਨੇ, ਕਹਿੰਦੇ ਉਹਦੀ ਸਿਫਤ ਤੁਸੀਂ ਇੱਕ ਪਹਾੜ ਨੂੰ ਦੇਖ ਕੇ ਵੀ ਗਾ ਸਕਦੇ ਹੋ। ਪਹਾੜ ਤੇ ਬਹੁਤ ਵੱਡੀ ਚੀਜ਼ ਹੈ, ਇੱਕ ਕਿਣਕਾ, ਇੱਕ ਜ਼ਰਾ ਰੇਤ ਦਾ, ਜ਼ਰਾ ਜਿੰਨੀ ਕੁ ਰੇਤ ਦਾ ਕਿਣਕਾ, ਜ਼ਰਾ, ਬਿਲਕੁਲ ਜ਼ਰਾ ਜਿੰਨਾ ਇੱਕ ਘਾਹ ਦਾ ਟੁਕੜਾ ਦੇਖ ਕੇ ਤੁਸੀਂ ਉਹਦੀ ਸਿਫਤ ਗਾ ਸਕਦੇ ਹੋ ਵੀ ਵਾਹ ਰੱਬ, ਕਿੰਨੀ ਸੋਹਣੀ ਚਿੱਤਰਕਾਰੀ ਤੂੰ ਇਹ 'ਤੇ ਕੀਤੀ ਹੈ, ਵਾਹ ਵਾਹ, ਕਿੰਨੀ ਕਮਾਲ। ਤੁਸੀਂ ਕਿਤੇ ਦੇਖੋ ਇੱਕ ਤਿਤਲੀ ਕਿੱਡੀ ਕੁ ਹੁੰਦੀ ਹੈ, ਤਿਤਲੀ ਕਮਾਲ ਦੀ ਬਾਖੂਬੀ। ਕਿਹੜਾ ਚਿੱਤਰਕਾਰ ਹੈ ਜਿਹੜਾ ਬੈਠਾ ਚਿੱਤਰਕਾਰੀ ਕਰੀ ਜਾਂਦਾ ਉਹਨਾਂ ਦੇ ਖੰਭਾਂ 'ਤੇ ਬਈ? ਕਿਤੇ ਅਸਮਾਨ ਵੱਲ ਨਿਗਾਹ ਮਾਰਿਓ, ਕਿੱਡਾ ਸੋਹਣਾ ਅਸਮਾਨ ਹੈ, ਉਹਦੇ ਵਿੱਚ ਆਪੋ ਆਪਣੀ ਥਾਂ ਤਾਰੇ ਟਿਕਾਏ ਹੈ, ਸੂਰਜ ਹੈ, ਚੰਦਰਮਾ ਹੈ, ਕਿੰਨੇ ਤਾਰੇ ਹੈ। ਉਹਨੂੰ ਵੇਖ ਕੇ ਵੀ ਉਸਤਤੀ ਗਾ ਸਕਦੇ, ਅਤੇ ਐਡੇ ਵੱਡੇ ਅਸਮਾਨ ਨੂੰ ਵੇਖ ਕੇ ਵੀ ਕਬੀਰ ਜੀ ਕਹਿੰਦੇ, ਕਹਿ ਕਬੀਰ ਅੰਬਰ ਕਾਸਿਓ ਲਾਗਾ। ਕਬੀਰ ਜੀ ਕਹਿੰਦੇ ਆ ਯਾਰ ਤੈਨੂੰ ਜਦੋਂ ਨਿਗਾਹ ਮਾਰਦੇ ਅਸਮਾਨ ਕਾਹਦੇ ਨਾਲ ਚਿਪਿਆ ਹੋਇਆ ਹੈ, ਕਿਹੜੀ ਚੀਜ਼ ਹੈ, ਕਿਹੜੀ ਸ਼ੈ ਹੈ। ਜਿਹੜੀਆਂ ਸਾਡੇ ਤੋਂ ਉਤਲੀਆਂ ਚੀਜ਼ਾਂ ਨੇ ਉਹ ਕਾਹਦੇ ਆਸਰੇ ਖੜੀਆਂ ਨੇ। ਜਿਹੜੀ ਸਾਡੀ ਧਰਤੀ ਦੀ ਸੱਤਾ ਪਰਤ ਹੈ ਉਹ ਤੋਂ ਉੱਤੇ ਜਿਹੜੀਆਂ ਚੀਜ਼ਾਂ ਨੇ ਉਹ ਉੱਤੇ ਅਸਮਾਨ 'ਚ ਉੱਡੀ ਜਾਂਦੀਆਂ, ਡਿੱਗਦੀਆਂ ਕਿਉਂ ਨਹੀਂ ਥੱਲੇ? ਚੱਲ ਇਹਦੇ ਪਿੱਛੇ ਕੋਈ ਨਾ ਕੋਈ ਵਿਗਿਆਨਕ ਫਾਰਮੂਲਾ ਲੱਭ ਸਕਦੇ ਅਸੀਂ ਵੀ ਇਸ ਕਰਕੇ ਨਹੀਂ ਡਿੱਗਦੀਆਂ, ਕਿਉਂਕਿ ਗੁਰਤਵਾ ਧਰਤੀ ਦਾ ਜਿਹੜਾ ਸ਼ਕਤੀ ਉੱਥੇ ਤੱਕ ਨਹੀਂ ਪਹੁੰਚਦੀ। ਪਰ ਉਹ ਕਿਹਨੇ ਬਣਾਈ ਹੈ? ਬੰਦੇ ਨੇ ਬਣਾਈ ਹੈ। ਬੰਦਾ ਤਾਂ ਵਿਗਾੜਨ 'ਤੇ ਲੱਗਿਆ ਹੋਇਆ। ਉਹਨਾਂ ਦੇ ਜਿਹੜੀ ਮਾੜੀ ਮੋਟੀ ਜੋਨ ਪਰਤ ਜੀ ਸੀ ਉਹ ਵੀ ਢਾਲਣ ਦਾ ਯਤਨ ਕੀਤਾ। ਬੰਦਾ ਤਾਂ ਖਤਮ ਕਰ ਰਿਹਾ ਇਹਨੂੰ, ਸ੍ਰਿਸ਼ਟੀ ਨੂੰ। ਕੌਣ ਹੈ ਜਿਹਨੇ ਧਰਤੀ ਨੂੰ ਸ਼ਕਤੀ ਦਿੱਤੀ ਖਿੱਚਣ ਦੀ, ਪਰ ਇੱਕ ਸਤ੍ਹਾ ਤੱਕ, ਉਦੋਂ ਪਾਰ ਨਹੀਂ, ਉਦੋਂ ਪਾਰ ਤੇ ਬੰਦਾ ਵੀ ਚੱਲ ਜਾਏ ਉਹ ਵੀ ਗੁਬਾਰੇ ਦੀ ਤਰ੍ਹਾਂ ਹੋ ਜਾਊਗਾ। ਜਿਵੇਂ ਬੁਲਬੁਲਾ ਹਵਾ 'ਚ ਅਸਮਾਨ 'ਚ ਉੱਡਦਾ ਹੁੰਦਾ ਹੈ, ਇੱਦਾਂ ਹੋ ਜਾਊਗਾ। ਕੌਣ ਹੈ ਉਹ? ਕਬੀਰ ਜੀ ਕਹਿੰਦੇ, ਕਹੋ ਕਬੀਰ ਅੰਬਰ ਕਾਸਿਓ ਲਾਗਾ, ਬੂਝੈ ਬੂਝਨਹਾਰ ਸੁਭਾਗਾ। ਇੱਕ ਹੋਰ ਗੱਲ ਕਬੀਰ ਜੀ ਕਹਿੰਦੇ, ਕਬੀਰ ਜੀ ਕਹਿੰਦੇ ਓਏ ਜੋ ਦੀਸੈ ਅੰਬਰ ਤਾਰੇ, ਕਹਿੰਦੇ ਉਹ ਪਿਆਰਿਓ ਅੰਬਰ ਦੇ ਵਿੱਚ, ਆਸਮਾਨ ਦੇ ਵਿੱਚ ਤਾਰੇ ਕਦੇ ਕਦੇ ਨਜ਼ਰੀ ਆਏ? ਕਦੇ ਵੇਖੇ ਵੀ ਹੈ ਕਿ ਨਹੀਂ? ਕਦੇ ਵੇਖਿਓ ਫਿਰ ਅਸਮਾਨ ਦੇ ਵਿੱਚ ਤਾਰਿਆਂ ਨੂੰ? ਕਬੀਰ ਜੀ ਕਹਿੰਦੇ ਬੜੀ ਸੋਹਣੀ ਚਿੱਤਰਕਾਰੀ ਹੈ, ਬਹੁਤ ਸੋਹਣੇ ਲੱਗਦੇ ਆ ਤਾਰੇ। ਕਬੀਰ ਜੀ ਕਹਿੰਦੇ ਓਏ ਜੋ ਦੀਸੈ ਅੰਬਰ ਤਾਰੇ, ਕਿਨ ਇਹ ਚੀਤੇ ਚੀਤਨਹਾਰੇ। ਇੱਕ ਗੱਲ ਦੱਸੋ ਕਬੀਰ ਜੀ ਆਖਰੇ ਕਹਿੰਦੇ ਉਹ ਕਿਹੜੇ ਚਿੱਤਰਕਾਰ ਨੇ ਚਿੱਤਰਕਾਰੀ ਕੀਤੀ ਉਹਨਾਂ ਤਾਰਿਆਂ ਦੀ? ਕਿਹੜਾ ਚਿੱਤਰਕਾਰ ਹੈ ਉਹਨਾਂ ਦੇ ਪਿੱਛੇ? ਕਿਹਦਾ ਹੱਥ ਕੰਮ ਕਰਦਾ? ਕਿਹੜੀ ਸਾਇੰਸ, ਕਿਹੜੀ ਵਿਗਿਆਨ ਹੈ? ਕੌਣ ਹੈ ਜਿਹੜੀ ਇੰਨਾ ਕੁਝ ਜਿੱਥੇ ਹਜੇ ਤੱਕ ਪਹੁੰਚ ਵੀ ਨਹੀਂ ਸਕਿਆ ਬੰਦਾ? ਕੌਣ ਹੈ ਉਹ ਜਿਹਨੇ ਇੰਨਾ ਕੁਝ ਭੈ ਵਿੱਚ ਜਿਹਦੇ ਰੱਖਿਆ? ਭੈ ਵਿੱਚ ਪਵਨ ਵਹੈ ਦਰਿਆਓ, ਭੈ ਵਿੱਚ ਚੱਲੈ, ਭੈ ਵਿੱਚ ਪਵਨ ਵਹੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਜਿਹਦੇ ਹੁਕਮ ਵਿੱਚ, ਭੈ ਵਿੱਚ, ਨਿਯਮ ਵਿੱਚ ਬੱਝੀ ਹੋਈ ਏ ਸਾਰੀ ਧਰਤੀ ਆ। ਕੌਣ ਹੈ? ਕਹਿੰਦੇ ਜਦੋਂ ਇਉਂ ਦੇਖੋਗੇ ਤਾਂ ਤੁਹਾਨੂੰ ਹਰੇਕ ਜਗ੍ਹਾ ਵਾਹਿਗੁਰੂ ਅਕਾਲ ਪੁਰਖ ਨਜ਼ਰੀ ਪਏਗਾ। ਗੁਰੂ ਅਰਜਨ ਦੇਵ ਜੀ ਕਹਿੰਦੇ ਗਿਰ ਪਹਾੜਾਂ 'ਚ, ਤਰ ਦਰਖਤ, ਬ੍ਰਿਕਸ਼, ਕਿੰਨੀ ਸੋਹਣੀ ਬ੍ਰਿਕਸ਼ ਨੂੰ ਸੁਹੱਪਣ ਦਿੱਤਾ, ਉਹ 'ਚ ਕਿਹੜੀ ਤਾਕਤ ਕੁਵਤ ਰੱਖੀ ਹੈ, ਜੀਵਨ ਦਿੰਦਾ ਸਾਨੂੰ।
ਬ੍ਰਿਕਸ਼ ਦਰਖਤ। ਤਦੇ ਸਾਡੇ ਪੁਰਾਣੇ ਬਜ਼ੁਰਗਾਂ ਨੇ ਦਰਖਤਾਂ ਨੂੰ ਸਾਂਭ ਕੇ ਰੱਖਿਆ। ਉਹਨਾਂ ਕੋਲ ਅੱਜ ਦੀ ਤਰ੍ਹਾਂ ਯੰਤਰ ਤਾਂ ਨਹੀਂ ਸੀ ਵੀ ਕਿਹੜਾ ਦਰਖਤ ਕਿਹੜੀ ਹਵਾ ਦਿੰਦਾ ਹੈ ਅਤੇ ਕੀ ਕੁਛ ਛੱਡਦਾ, ਇਹਦੇ ਨਾਲ ਕੀ ਫਾਇਦਾ ਕੀ ਨੁਕਸਾਨ ਹੈ। ਪਰ ਇੰਨਾ ਕੁ ਉਹਨਾਂ ਨੂੰ ਜ਼ਰੂਰ ਪਤਾ ਸੀ ਵੀ ਆਹ ਜਿਹੜੇ 3 ਦਰਖਤ ਹੈ ਨਾ ਸਾਡੇ ਦੇਸ਼ ਵਿੱਚ, ਨਿੰਮ, ਪਿੱਪਲ ਅਤੇ ਬੋਹੜ, ਇਹ ਜੋ ਛੱਡਦੇ ਨਾ ਉਹ ਸਾਡੇ ਲਈ ਬੜਾ ਵਧੀਆ। ਬਸ ਇੰਨਾ ਕੁ ਉਹਨਾਂ ਨੂੰ ਪਤਾ ਸੀ। ਇਸ ਲਈ ਉਹਨਾਂ ਕੋਲ ਸ਼ਬਦ ਦੋਏ ਸੀ, ਉਹਨਾਂ ਕੋਲ ਇੱਕ ਪਾਪ ਸੀ ਇੱਕ ਪੁੰਨ ਸੀ। ਜੇ ਇਹਨੂੰ ਪੱਟੋਗੇ ਕਹਿੰਦੇ ਸੀ ਪਾਪ ਲੱਗੂਗਾ। ਹੁਣ ਸਰਕਾਰਾਂ ਨਹੀਂ ਕਹਿੰਦੀਆਂ ਦਰਖਤ ਨਾ ਪੱਟੋ, ਨੁਕਸਾਨ ਹੋਊਗਾ, ਆਕਸੀਜਨ ਖਤਮ ਹੋ ਜਾਊਗੀ, ਮਰ ਜਾਓਗੇ ਓਏ। ਉਹ ਇੰਨਾ ਗਹਿਰਾ ਨਹੀਂ ਸੀ ਉਹ ਗਏ ਹੋਏ ਪੁਰਾਣੇ ਬਜ਼ੁਰਗ, ਪਰ ਉਹ ਇੰਨਾ ਕੁ ਉਹਨਾਂ ਨੂੰ ਜ਼ਰੂਰ ਪਤਾ ਸੀ ਵੀ ਇਹਨਾਂ ਨੂੰ ਪੱਟਣਾ ਨਹੀਂ ਚਾਹੀਦਾ। ਉਹ ਫਿਰ ਕੀ ਕਹਿੰਦੇ ਕਿਉਂ ਨਹੀਂ ਪੱਟਣਾ ਚਾਹੀਦਾ? ਹੁਣ ਉਦੋਂ ਵੀ ਸੀ ਪੁੱਛਣ ਵਾਲੇ ਕਿਉਂ। ਉਹ ਕਹਿੰਦੇ ਦੇਵਤੇ ਆ ਇਹ, ਦੇਵਤੇ। ਦੇਵਤਾ ਕਿਹਨੂੰ ਸਮਝਦੇ? ਦੇਵਤਾ ਸਮਝਦੇ ਜੋ ਸਾਨੂੰ ਕੁਝ ਦੇ ਸਕੇ, ਜੋ ਦੈਵੀ ਹੋਵੇ, ਜਿਹ 'ਚ ਕੁਛ ਵੱਖਰੇ ਗੁਣ ਹੋਣ ਸਾਡੇ ਨਾਲ। ਉਹ ਕਹਿੰਦੇ ਇਹ ਨਿੰਮ, ਪਿੱਪਲ ਅਤੇ ਬੋਹੜ ਇਹ ਦੇਵਤੇ ਹੈ। ਹੁਣ ਕਿੱਦਾਂ ਦੇਵਤੇ ਆ? ਹੁਣ ਸਮਝ ਪੈਂਦੀ ਹੈ ਵੀ ਉਹ ਆਕਸੀਜਨ ਦਿੰਦੇ ਆ, ਜੋ ਨਿੰਮ ਦੇ ਸਕਦਾ ਹੈ। ਉਹ ਜੋ ਮਾੜੀਆਂ ਭੈੜੀਆਂ ਜੋ ਵਾਤਾਵਰਨ ਦੇ ਅੰਦਰ ਬਿਮਾਰੀਆਂ, ਉਹਨਾਂ ਨੂੰ ਨਿੰਮ ਸੋਕਦਾ, ਜੋ ਹੋਰ ਕਿਸੇ 'ਚ ਉਨੀ ਕੁਆਲਿਟੀ ਨਹੀਂ ਹੈ। ਜੋ ਬੋਹੜ ਵਿੱਚ ਹੈ ਉਹ ਹੋਰ 'ਚ ਨਹੀਂ ਹੈ। ਜੋ ਪਿੱਪਲ ਵਿੱਚ ਹੈ ਰਾਤ ਨੂੰ ਵੀ ਆਕਸੀਜਨ ਦੇਈ ਜਾਂਦੇ, ਇੱਦਾਂ ਦੇ ਹੈ ਕੁਛ ਇੰਨੇ ਵਧੀਆ। ਅਤੇ ਉਹਨਾਂ ਨੇ ਫਿਰ ਉਹਨਾਂ ਦਾ ਸਤਿਕਾਰ ਕੀਤਾ। ਉਹ ਕਹਿੰਦੇ ਇਹਨਾਂ ਦਾ ਸਤਿਕਾਰ ਕਰਿਆ ਕਰੋ। ਲੋਕ ਫਿਰ ਹੁਣ ਕਿਉਂਕਿ ਇਸ਼ਾਰਾ ਨਹੀਂ ਨਾ ਸਮਝਦੇ, ਸਤਿਕਾਰ ਲੋਕ ਸਮਝਦੇ ਵੀ ਕੀ ਕੀਤਾ ਲੋਕਾਂ ਨੇ। ਸਤਿਕਾਰ ਤਾਂ ਉਹਨਾਂ ਦਾ ਇਹ ਬਣਦਾ ਸੀ ਵੀ ਉਹਨਾਂ ਨੂੰ ਸਾਂਭ ਕੇ ਰੱਖਿਆ ਜਾਵੇ, ਉਹਨਾਂ ਦੀਆਂ ਜੜ੍ਹਾਂ 'ਚ ਪਾਣੀ ਪਾਇਆ ਜਾਵੇ, ਇਹੀ ਬਣਦਾ ਸੀ ਨਾ ਸਤਿਕਾਰ। ਪਰ ਲੋਕ ਹੁਣ ਅੱਗੇ ਦੀ ਅੱਗੇ ਚੱਲਦੇ, ਲੋਕਾਂ ਨੂੰ ਪਤਾ ਨਹੀਂ ਕਿਸੇ ਚੀਜ਼ ਦਾ। ਮਤਲਬ ਚਲਤੇ ਕੇ ਪਾਛੇ ਚੱਲ ਜਗਤ ਕੀ ਭੇਡਾ ਚਾਲ। ਦੇਖੋ ਜਗ ਕੀ ਮੂੜਤਾ ਪਰਮਾਰਥ ਨਾ ਸੰਭਾਲ। ਅਸਲੀ ਗੱਲ ਨੂੰ ਛੱਡਦੇ ਆ ਅਤੇ ਹੋਰੇ ਕਿਤੇ ਜਾ ਵੱਜਦੇ। ਕਰਿਆ ਕੀ ਲੋਕਾਂ ਨੇ? ਚਾਹੀਦਾ ਤਾਂ ਇਹ ਸੀ ਜੜ੍ਹਾਂ 'ਚ ਉਹਨਾਂ ਦੇ ਪਾਣੀ ਪਾਉਂਦੇ, ਉਹਨਾਂ ਦੀ ਸੰਭਾਲ ਕਰਦੇ ਸਹੀ ਤਰੀਕੇ ਦੇ ਨਾਲ। ਪਰ ਲੋਕਾਂ ਨੇ ਕੀ ਕੀਤਾ? ਜੜ੍ਹਾਂ 'ਚ, ਜਿੱਥੇ ਜੜ੍ਹਾਂ ਸੀ ਉਹਨਾਂ ਦੀਆਂ ਰੁੱਖਾਂ ਦੀਆਂ, ਜਿੱਥੇ ਹਵਾ ਲੱਗਣੀ ਸੀ, ਜਿੱਥੇ ਪਾਣੀ ਪੈਣਾ ਸੀ, ਉੱਥੇ ਤਾਂ ਉਹਨਾਂ ਨੇ ਇੱਟਾਂ ਲਾਤੀਆਂ, ਥੜੇ ਲਾਤੇ, ਜਾਣੀ ਉੱਥੇ ਥੜੇ ਬਣਾ ਦਿੱਤੇ, ਉੱਥੇ ਬੈਠਦੇ ਆ ਆਪ ਲੋਕ। ਇੱਕ ਗੱਲ, ਜੜ੍ਹ 'ਚ ਪਾਣੀ ਪੈਂਦਾ ਹੁੰਦਾ ਨਾ, ਹੁਣ ਉੱਥੇ ਮਾਂ ਦੇ ਪੁੱਤ ਕੋਈ ਦੀਵਾਲੀ ਨੂੰ ਉੱਥੇ ਆਲੇ ਦੁਆਲੇ ਦੀਵੇ ਲਾਏ ਆਉਂਦੇ ਆ। ਉਹ ਇਹਨੂੰ ਸਾੜਨਾ, ਤੁਸੀਂ ਫੂਕਣਾ। ਇਹ ਦੀਵੇ ਦੀ ਜੜ੍ਹ 'ਚ ਨਹੀਂ, ਇਹਦੀ ਦੀਵੇ ਪਹਿਲਾਂ ਲਾਉਂਦੇ ਸੀ ਚੁਰਸਤਿਆਂ 'ਚ। ਉਹਨਾਂ ਦੇ ਪਿੱਛੇ ਇੱਕ ਬੜਾ ਵਧੀਆ ਕੰਮ ਆਈਡੀਆ ਸੀ, ਇੱਕ ਲੌਜਿਕ ਸੀ ਕਿ ਪਹਿਲੇ ਟਾਈਮਾਂ 'ਚ ਆ ਬੈਟਰੀਆਂ ਨਹੀਂ ਸੀ ਹੁੰਦੀਆਂ, ਲਾਈਟਾਂ ਨਹੀਂ ਸੀ ਹੁੰਦੀਆਂ, ਆ ਹੁਣ ਦੀ ਤਰ੍ਹਾਂ ਸਾਈਨ ਬੋਰਡ ਨਹੀਂ ਸੀ ਲੱਗੇ ਹੁੰਦੇ। ਲੋਕਾਂ ਨੂੰ ਪਤਾ ਨਹੀਂ ਸੀ ਲੱਗਦਾ ਰਾਹਾਂ ਦਾ। ਜਿੱਥੇ ਚੁਰਸਤਾ ਹੁੰਦਾ ਸੀ ਉੱਥੇ 2-4 ਦੀਵੇ ਪਏ ਹੁੰਦੇ ਸੀ, ਚਾਨਣ ਹੁੰਦਾ ਸੀ, ਬੰਦੇ ਨੂੰ ਪਤਾ ਲੱਗ ਜਾਂਦਾ ਸੀ ਇੱਧਰੋਂ ਉੱਧਰ ਨੂੰ ਜਾਣਾ। ਹੁਣ ਤਾਂ ਰੌਸ਼ਨਾਈਆਂ ਇੰਨੀਆਂ ਨੇ, ਲਾਈਟਾਂ ਇੰਨੀਆਂ ਨੇ ਹਰੇਕ ਕੋਲ, ਇਹ ਚੀਜ਼ ਸੀ। ਤਾਂ ਬੰਦਾ ਉਹਨਾਂ ਚੀਜ਼ਾਂ ਨੂੰ ਛੱਡ ਕੇ ਹੋਰ ਪਾਸੇ ਜ਼ਿਆਦਾ ਪੈ ਜਾਂਦਾ। ਉਹ ਫਿਰ ਦਰੱਖਤ ਦੇ ਜੜ੍ਹ ਕੋਲ ਸਾਧ ਸੰਗਤ ਜੀ ਉਹ ਦੀਵੇ ਲਾ ਜਾਂਦੇ ਆ, ਅਤੇ ਹੋਰ ਕੀ ਕਰਦੇ ਆ, ਉਹਦੇ ਦਰੱਖਤ ਨੂੰ ਖੰਭਣੀਆਂ ਬੰਨ੍ਹੀ ਜਾਂਦੇ ਆ ਵਿਚਾਰੇ ਨੂੰ। ਉਹਦੀ ਜਿੱਥੇ ਬੰਨ੍ਹ ਦਿੰਦੇ ਖੰਭਣੀ, ਉਹਦੀ ਟਾਹਣੀ ਸੁੱਕ ਜਾਂਦੀ, ਉੱਥੇ ਪੱਤੇ ਟੁੱਟ ਜਾਂਦੇ ਆ। ਇਹ ਕੰਮ ਨਹੀਂ ਕਰਨਾ ਚਾਹੀਦਾ। ਇਹਨਾਂ ਦੇ ਵਿੱਚ ਰੱਬ ਨੇ ਤਾਕਤ ਰੱਖੀ ਹੈ। ਗੁਰੂ ਜੀ ਕਹਿੰਦੇ, ਹੇ ਮੇਰੇ ਵਾਹਿਗੁਰੂ, ਤੂੰ ਕਿੰਨਾ ਪਿਆਰਾ ਹੈ, ਕਿੰਨਾ ਸ਼ਕਤੀਸ਼ਾਲੀ ਹੈ, ਕਿੰਨਾ ਤਾਕਤ ਵਾਲਾ ਹੈ। ਤੂੰ ਹਰੇਕ ਚੀਜ਼ ਇੰਨੀ ਪਿਆਰੀ ਰਚੀ ਹੈ, ਜਿਹਨੂੰ ਮੈਂ ਦੇਖਦਾ ਅਤੇ ਤੇਰੀ ਸ਼ੋਭਾ ਹੀ ਗਾਉਣਾ। ਕਿਹਨੂੰ ਕਹਿੰਦੇ? ਗਿਰ ਪਹਾੜ, ਤਰ ਦਰਖਤ, ਥਲ ਥਲ 'ਤੇ ਧਰਤੀ ਹੈ, ਮਾਤਾ ਧਰਤ ਮਹੱਤ। ਇਹ ਸਾਡੀ ਮਾਂ ਹੈ। ਜਿਉਂਦੇ ਜੀ ਸਾਨੂੰ ਸਾਡੀ ਮਾਂ ਸਾਂਭਦੀ ਹੈ, ਛੋਟੀ ਮਾਂ ਸਾਂਭਦੀ ਹੈ, ਸਾਡੇ ਸਿਰ 'ਤੇ ਹੱਥ ਰੱਖਦੀ ਹੈ, ਸਾਨੂੰ ਦੁੱਧ ਦਿੰਦੀ ਹੈ, ਸਾਨੂੰ ਪਿਆਰ ਕਰਦੀ ਹੈ। ਜੇ ਕਿਤੇ ਉੱਚਾ ਬੋਲ ਵੀ ਨਿਕਲ ਜਾਏ, ਮਾਂ ਇੱਕਦਮ ਉੱਠਦੀ, ਪਤਾ ਨਹੀਂ ਕੀ ਹੋ ਗਿਆ। ਅਤੇ ਇੱਕ ਮਾਂ ਐਸੀ ਹੈ ਜਿਹਨੇ ਸਾਨੂੰ ਫਿਰ ਕੇਤਣਿਆਂ ਯੁੱਗ ਵਾਪਰੇ ਇੱਕ ਤਪਿਆ ਪਾਸ, ਜਿਹਨੇ ਸਾਨੂੰ ਖਾਕ ਨੇ ਸਾਨੂੰ ਸਾਂਭ ਲੈਣਾ ਆਪਣੇ ਵਿੱਚ ਅੰਤ ਤੱਕ। ਪਤਾ ਨਹੀਂ ਕਿੰਨੇ ਕੁ ਸਾਲ ਇਸ ਸਰੀਰ ਨੇ ਮਿੱਟੀ 'ਚ ਪਏ ਰਹਿਣਾ।
ਉਹਨੂੰ ਮਾਤਾ ਧਰਤ ਮਹਤ ਤਾਂ ਕਿਹਾ। ਮਹਾਰਾਜ ਕਹਿੰਦੇ ਥਲ, ਫਿਰ ਜਲ, ਜਲ ਵਿੱਚ ਜੀਵਨ ਹੈ। ਪਹਿਲਾ ਪਾਣੀ ਜੀਉ ਹੈ, ਇਹਦੇ ਵਿੱਚ ਜੀਵਨ ਹੈ, ਇਹਦੇ ਵਿੱਚ ਇਹ ਆਪ ਜੀਵ ਇਹਦੇ ਵਿੱਚ ਛੋਟੇ ਛੋਟੇ ਹੈ, ਜੀਵਨ ਦਾ ਮਾਲਕ ਹੈ। ਕਿੰਨੀ ਸੋਹਣੀ ਚੀਜ਼ ਬਣਾਈ ਹੈ ਉਹਨੇ। ਭਵਨ ਭਰਪੂਰ ਕਹਿੰਦੇ ਪਹਾੜਾਂ 'ਚ, ਦਰੱਖਤਾਂ 'ਚ, ਥਲਾਂ 'ਚ, ਧਰਤੀ 'ਤੇ, ਜਲ 'ਚ, ਹਰ ਘਰ ਵਿੱਚ ਪਰਿਪੂਰਨ ਵਾਹਿਗੁਰੂ ਹੈ। ਘਟ ਘਟ ਲਾਲਨ ਛਾਵਨੀ ਨੀਕੀ, ਕਹਿੰਦੇ ਹਰ ਘਟ, ਹਰ ਜ਼ਰਰੇ, ਹਰ ਦਿਲ ਦੇ ਅੰਦਰ ਉਹ ਲਾਲਨ, ਉਹ ਪਿਆਰਾ ਵਾਹਿਗੁਰੂ, ਉਹ ਛਾਵਨੀ ਨੀਕੀ, ਉਹ ਛਾਇਆ ਹੋਇਆ। ਨੀਕੀ ਚੰਗੀ ਤਰ੍ਹਾਂ, ਚੰਗੀ ਤਰੀਕੇ ਨਾਲ ਉਹਨੂੰ ਦੇਖ, ਤੂੰ ਛਾਣਬੀਣ ਕਰ, ਦੇਖ। ਦਿਲ ਮੈਂ ਖੋਜ ਦਿਲਾ ਦਿਲ ਖੋਜੋ, ਇਹੀ ਠੌਰ ਮੁਕਾਮਾ ਇਹ ਬਾਣੀ ਕਹਿੰਦੀ ਹੈ। ਆਖਰੀ ਪੰਕਤੀ 'ਚ ਕੀ ਕਹਿੰਦੇ? ਸਾਧ ਸੰਗ ਰਾਮਈਆ ਰਸ ਪਾਇਓ, ਨਾਨਕ ਜਾ ਕੈ ਭਾਵਨੀ ਨੀਕੀ। ਹੁਣ ਆਖਰੀ ਪੰਕਤੀ 'ਚ ਦੱਸ ਰਹੇ, ਕਹਿੰਦੇ ਜਿਹਦੀ ਇੰਨੀ ਉਪਮਾ ਕੀਤੀ ਹੈ ਕਿ ਪ੍ਰੇ ਕੀ ਸ਼ੋਭ ਸੁਹਾਵਨੀ ਨੀਕੀ, ਸ਼ੋਭਾ ਵਾਲਾ ਹਾ ਹਾ ਹੂ ਹੂ ਗੰਧਰਵ ਅਪਸਰਾ, ਆਨੰਦ ਮੰਗਲ ਰਸ ਗਾਵਨੀ ਨੀਕੀ। ਜਿਹਦੀ ਉਸਤਤੀ ਸਵਰਗ ਦੀਆਂ ਅਪਸਰਾਵਾਂ ਅਤੇ ਸਵਰਗ ਦੇ ਗੰਧਰਵ ਰਾਗੀ ਗਵਈਏ ਗਾਉਂਦੇ ਆ। ਵੱਡੇ ਵੱਡੇ ਵਿਦਵਾਨ ਅਨੇਕਾਂ ਤਰ੍ਹਾਂ ਦੀਆਂ ਧੁਨੀਆਂ ਦੇ ਨਾਲ ਉਹਦੀ ਉਸਤਤੀ ਕਰਦੇ ਆ। ਗੁਰੂ ਜੀ ਕਹਿੰਦੇ ਇਕੱਲਾ ਇਉਂ ਨਹੀਂ ਵੀ ਉਹ ਕੋਈ ਕਾਲਪਨਿਕ ਗੱਲ ਹੈ, ਇਉਂ ਨਾ ਸਮਝਿਓ ਵੀ ਕਿਤੇ ਉੱਦਾਂ ਹੀ ਆ ਉਹ, ਬਸ ਕਲਪਨਾ ਨਹੀਂ ਹੈ। ਕਵੀ ਲੋਕ ਕਾਲਪਨਿਕ ਗੱਲਾਂ ਕਰਦੇ ਆ। ਅਸਮਾਨ ਤੋਂ ਤੇਰੇ ਲਈ ਤਾਰੇ ਤੋੜ ਲਿਆਉਂ, ਕੋਈ ਤੋੜ ਕੇ ਲਿਆਉਂਦਾ ਕਿਸੇ ਲਈ, ਪਰ ਕਵੀ ਕਰ ਸਕਦੇ ਆ। ਗੁਰੂ ਜੀ ਕਹਿੰਦੇ ਏਡੀਆਂ ਏਡੀਆਂ ਜਿਹਦੀਆਂ ਉਸਤਤੀ ਦੀਆਂ ਗੱਲਾਂ ਕੀਤੀਆਂ, ਉਹ ਅਣਹੋਈ ਨਹੀਂ, ਅਣਹੋਂਦ ਨਹੀਂ ਹੈ। ਉਹ ਐ ਨਹੀਂ ਵੀ ਉਹ ਹਸਤੀ ਹੈ ਨਹੀਂ, ਹੈ। ਬਾਣੀ 'ਚ ਲਿਖਿਆ ਹੈ, ਤੂੰ ਹੈ, ਤੂੰ ਹੋਵਨਹਾਰ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਅਤੇ ਇੱਥੇ ਕਹਿੰਦੇ ਸਾਧ ਸੰਗ ਰਾਮਈਆ ਰਸ ਪਾਇਓ, ਕਹਿੰਦੇ ਜੇ ਉਹਦਾ ਰਸ ਪਾਉਣਾ ਚਾਹੁੰਦਾ ਨਾ ਅਤੇ ਸਾਧ ਸੰਗਤ ਵਿੱਚ ਜਾਇਆ ਕਰ। ਅਤੇ ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਬੈਠ ਕੇ ਰਮਈਏ ਦਾ ਰਸ ਉਹਨਾਂ ਨੇ ਪਾਇਆ। ਮਹਾਰਾਜ ਕੀ ਇਕੱਲਾ ਸਾਧ ਸੰਗ ਵਿੱਚ ਜਾਣਾ ਕਾਫੀ ਆ ਬਸ ਵੀ ਮਿਲ ਜੂ ਰਸ? ਮੈਨੂੰ ਤਾਂ ਮਿਲਿਆ ਨਹੀਂ ਮਹਾਰਾਜ। ਮਹਾਰਾਜ ਕਹਿੰਦੇ ਐ ਨਹੀਂ, ਇੱਕ ਹੋਰ ਕੰਮ ਵੀ ਹੁੰਦਾ। ਉਹ ਕੀ ਮਹਾਰਾਜ ਜੀ? ਕਹਿੰਦੇ ਸਾਧ ਸੰਗ ਰਾਮਈਆ ਰਸ ਪਾਇਓ, ਨਾਨਕ ਜਾ ਕੇ ਭਾਵਨੀ ਨੀਕੀ। ਜਿਹਦੀ ਭਾਵਨਾ ਚੰਗੀ ਹੈ, ਬੋਲੋ ਸਤਿਨਾਮ ਸ਼੍ਰੀ ਵਾਹਿਗੁਰੂ। ਜਿਹਦੀ ਭਾਵਨਾ ਚੰਗੀ ਆ ਉਹਨੂੰ ਸਾਧ ਸੰਗਤ ਵਿੱਚ ਰਸ ਪਾਊਗਾ। ਜਿਹਦੀ ਭਾਵਨਾ ਹੀ ਚੰਗੀ ਨਹੀਂ, ਆਉਂਦਾ ਤੇ ਪੰਮਾ ਪੁਰੋਹਿਤ ਵੀ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੰਗਤ ਵਿੱਚ ਬਹਿੰਦਾ ਸੀ, ਪਰ ਪੰਮੇ ਪੁਰੋਹਿਤ ਨੇ ਜੋ ਚੁਗਲੀਆਂ ਕੀਤੀਆਂ ਗੁਰੂ ਘਰ ਦੀਆਂ, ਉਹ ਵੀ ਸਾਰਿਆਂ ਨੂੰ ਪਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੋਤਸ਼ੀ ਇੱਕ ਦਿਨ ਮਿਲਿਆ ਸੀ ਉਧਰ, ਜਦੋਂ ਮਹਾਰਾਜ ਜੀ ਦੱਖਣ ਵੱਲ ਜਾ ਰਹੇ ਸਨ। ਜੋਤਸ਼ੀ ਕਹਿੰਦਾ ਜੀ ਕਈ ਜਣੇ ਤਾਂ ਬੜੀ ਛੇਤੀ ਲਾਹਾ ਲੈ ਲੈਂਦੇ, ਕਈ ਲੈਂਦੇ ਹੀ ਨਹੀਂ। ਮਹਾਰਾਜ ਕਹਿੰਦੇ ਭਾਈ ਭਾਵਨਾ ਦੀ ਗੱਲ ਹੈ। ਜੋਤਸ਼ੀ ਨੂੰ ਕਹਿਣ ਲੱਗੇ, ਜੋਤਸ਼ੀ ਕਹਿੰਦਾ ਜੀ ਮੈਂ ਥੋੜ੍ਹੇ ਜਿਹੇ ਟਾਈਮ 'ਚ ਤੁਹਾਡੇ ਦਰਸ਼ਨ ਕਰਕੇ ਸਕੂਨ ਮਿਲਿਆ ਮੈਨੂੰ, ਪਰ ਕਈਆਂ ਨੂੰ ਸਮਝ ਨਹੀਂ ਪੈਂਦੀ। ਮਹਾਰਾਜ ਕਹਿੰਦੇ ਇਹ ਭਾਵਨਾ ਹੁੰਦੀ ਹੈ, ਸ਼ਰਧਾ ਹੈ, ਜੈਸੀ ਜਿਹਦੀ ਸ਼ਰਧਾ ਭਾਵਨਾ ਹੈ ਉਸ ਤਰੀਕੇ। ਇੱਦਾਂ ਹੀ ਗੁਰੂ ਜੀ ਕਹਿ ਰਹੇ ਇੱਥੇ, ਇਹ ਮੇਰੇ ਬੋਲ ਨਹੀਂ ਹੈ, ਇਹ ਗੁਰੂ ਅਰਜਨ ਦੇਵ ਜੀ ਦੀ ਆ 1272 ਅੰਗ 'ਤੇ ਲਿਖੇ ਹੋਏ ਆ, ਪੜ੍ਹ ਸਕਦੇ ਤੁਸੀਂ ਆਪਣੇ ਘਰ ਜਾ ਕੇ। ਕਹਿੰਦੇ ਸਾਧ ਸੰਗ ਰਾਮਈਆ ਰਸ ਪਾਇਓ। ਸਾਧ ਸੰਗਤ ਵਿੱਚ ਉਹਨਾਂ ਨੇ ਪਰਮਾਤਮਾ ਦਾ ਰਸ ਪਾ ਲਿਆ। ਨਾਨਕ ਜਾ ਕੇ, ਜਾਣੀ ਜਿਨ੍ਹਾਂ ਦੇ ਕੋਲ, ਜਿਨ੍ਹਾਂ ਦੇ ਹਿਰਦੇ ਵਿੱਚ ਕੀ ਜੀ? ਭਾਵਨੀ ਨੀਕੀ। ਨੀਕੀ ਦਾ ਅਰਥ ਹੈ ਚੰਗਾ। ਨਿੱਕੀ ਨਹੀਂ ਪਾਠ ਹੈਗਾ, ਇਹ ਛੋਟਾ ਨਹੀਂ ਹੈ। ਨੀਕੀ ਬਿਹਾਰੀ ਨਾਲ ਹੈ, ਲੰਮੀ ਕਰਕੇ ਆਵਾਜ਼ ਨੀਕੀ, ਐਉਂ ਪਾਠ ਪੜ੍ਹਿਆ ਜਾਊ। ਕਹਿੰਦੇ ਜਿਨ੍ਹਾਂ ਦੀ ਭਾਵਨਾ ਚੰਗੀ ਹੈ ਉਹਨਾਂ ਨੇ ਸਾਧ ਸੰਗਤ ਵਿੱਚ ਉਹਦਾ ਰਸ ਪਾ ਲਿਆ। ਉਹਨਾਂ ਦੇ ਲੋਕ ਸੁਖੀਏ, ਪਰਲੋਕ ਸੁਹੇਲੇ ਹੋ ਜਾਂਦੇ ਹਨ। ਇੱਥੇ ਹੀ ਸ਼ਬਦ ਦੀ ਸੰਪੂਰਨਤਾ, ਸਮੇਂ ਦੀ ਸਮਾਪਤੀ, ਹੋਈਆਂ ਭੁੱਲਾਂ ਦੀ ਖਿਮਾ। ਸਮੂਹ ਸਾਧ ਸੰਗਤ ਦਾ ਧੰਨਵਾਦ ਜੀ। ਗਿਰ ਤਰ ਥਲ ਜਲ ਭਵਨ ਭਰਪੁਰ,
ਘਟ ਘਟ ਲਾਲਨ ਛਾਵਨੀ ਨੀਕੀ, ਸਾਧ ਸੰਗ ਰਾਮਈਆ ਰਸ ਪਾਇਓ, ਨਾਨਕ ਜਾ ਕੈ ਭਾਵਨੀ ਨੀਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ।